ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਬਠਿੰਡਾ ਖਬਰਨਾਮਾ। ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਨਜ਼ਰ ਮਾਰਦੇ ਹਾਂ ਬੁਲੇਟਿਨ ਦੀਆਂ ਹੈਡਲਾਈਨਸ ਤੇ। ਮੌਨਸੂਨ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਵਧੀਆਂ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ, ਲੋਕਾਂ ਦੀ ਰਸੋਈ ਦਾ ਵਿਗੜਨ ਲੱਗਾ ਬਜਟ। ਕੱਦੂ ਵਰਗੀਆਂ ਆਮ ਸਬਜ਼ੀਆਂ ਵੀ ਪਹੁੰਚੀਆਂ 60 ਰੁਪਏ ਕਿਲੋ ਦੇ ਪਾਰ। ਹੁਣ ਮੋਟੇ ਆਹਾਰ ਵਰਗੀਆਂ ਰਵਾਇਤੀ ਫਸਲਾਂ ਦੀ ਕਾਸ਼ਤ ਵੱਲ ਵੀ ਮੁੜਨ ਲੱਗੇ ਹਨ ਮਾਲਵਾ ਦੇ ਕਿਸਾਨ। ਫਰੀਦਕੋਟ ਜ਼ਿਲ੍ਹੇ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਯਤਨਾਂ ਨੂੰ ਪੈਣ ਲੱਗਾ ਬੂਰ। ਮਲੋਟ ਦੀ ਇੱਕ ਫੈਕਟਰੀ ਵਿੱਚ ਠੰਡੇ ਪਾਣੀ ਦੀ ਬੋਤਲ ਨੂੰ ਲੈ ਕੇ ਹੀ ਭਿੜੇ ਮਜ਼ਦੂਰਾਂ ਦੇ 2 ਗੁੱਟ। ਇੱਕ ਮਜ਼ਦੂਰ ਦੀ ਹੋਈ ਮੌਤ, 2 ਜ਼ਖਮੀ। ਅਤੇ ਬਠਿੰਡਾ ਖੇਤਰ ਵਿੱਚ ਅਗਲੇ 2 ਦਿਨ ਹੋਰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਜਿਵੇਂ ਹੀ ਬਾਰਿਸ਼ਾਂ ਦੀ ਰੁੱਤ ਸ਼ੁਰੂ ਹੋਈ ਹੈ, ਇਸ ਦੇ ਨਾਲ ਹੀ ਸਬਜ਼ੀਆਂ ਦੇ ਰੇਟ ਜਿਹੜੇ ਨੇ ਅਸਮਾਨ ਛੂਹਣ ਲੱਗੇ ਨੇ। ਤੇ ਸਾਡੀ ਅੱਜ ਦੀ ਖਾਸ ਰਿਪੋਰਟ ਇਸੇ ਨਾਲ ਜੁੜੀ ਹੋਈ ਹੈ। ਸਬਜ਼ੀਆਂ ਦੇ ਭਾਅ ਜਿਹੜੇ ਨੇ ਉਹ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਨੇ। ਸਬਜ਼ੀ ਮੰਡੀ ਦੇ ਵਿੱਚ ਲੋਕ ਜਦੋਂ ਸਬਜ਼ੀ ਲੈਣ ਜਾ ਰਹੇ ਨੇ ਤਾਂ ਉਹਨਾਂ ਨੂੰ ਆਪਣਾ ਬਜਟ ਹਿਲਦਾ ਨਜ਼ਰ ਆ ਰਿਹਾ ਹੈ। ਅਕਸਰ ਹਰ ਬਰਸਾਤਾਂ ਦੀ ਰੁੱਤ ਦੇ ਵਿੱਚ ਜਿਹੜਾ ਸਬਜ਼ੀਆਂ ਦੇ ਰੇਟ ਜਿਹੜੇ ਨੇ ਉਹ ਵੱਧ ਜਾਂਦੇ ਨੇ। ਇਹੀ ਕੁਝ ਇਸ ਵਾਰ ਵੀ ਹੋ ਰਿਹਾ। ਹਾਲਾਂਕਿ ਪੰਜਾਬ ਦੇ ਵਿੱਚ ਜਾਂ ਖਾਸ ਕਰਕੇ ਬਠਿੰਡਾ ਖੇਤਰ ਦੀ ਗੱਲ ਕਰੀਏ ਤਾਂ ਅਜੇ ਮੌਨਸੂਨ ਦੀ ਪਹਿਲੀ ਵਰਖਾ ਹੀ ਹੋਈ ਹੈ ਤੇ ਪਰ ਸਬਜ਼ੀਆਂ ਜਿਹੜੀਆਂ ਨੇ ਉਹ ਪੂਰੇ ਭਾਰਤ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਆਉਂਦੀਆਂ ਨੇ ਬਾਰਿਸ਼ਾਂ ਦੇ ਕਾਰਨ। ਸੋ ਸਬਜ਼ੀਆਂ ਦੀ ਸਪਲਾਈ ਜਿਹੜੀ ਹੈ ਉਹ ਵੀ ਪ੍ਰਭਾਵਿਤ ਹੁੰਦੀ ਹੈ, ਉਤਪਾਦਨ ਪ੍ਰਭਾਵਿਤ ਹੁੰਦਾ ਤਾਂ ਇਸ ਦਾ ਅਸਰ ਜਿਹੜਾ ਉਹ ਸਿੱਧੀ ਤਰ੍ਹਾਂ ਲੋਕਾਂ ਦੇ ਰਸੋਈ ਦੇ ਬਜਟ ਤੇ ਪੈਂਦਾ ਹੈ। ਅੱਜ ਸਾਡੀ ਟੀਮ ਨੇ ਸਬਜ਼ੀ ਮੰਡੀ ਦਾ ਦੌਰਾ ਕੀਤਾ ਤਾਂ ਸਬਜ਼ੀਆਂ ਦੇ ਰੇਟ ਜਿਹੜੇ ਨੇ ਉਹ ਪਹਿਲਾਂ ਨਾਲੋਂ ਕਾਫੀ ਉੱਚੇ ਨਜ਼ਰ ਆਏ। ਫਿਰ ਚਾਹੇ ਉਹ ਕੱਦੂ ਤੋਰੀਆਂ ਹੀ ਕਿਉਂ ਨਾ ਹੋਣ, ਜਿਹੜੀਆਂ ਅਸੀਂ ਆਮ ਸਬਜ਼ੀਆਂ ਸਮਝ ਲੈਂਦੇ ਹਾਂ, ਇਹਨਾਂ ਦੇ ਰੇਟ ਵੀ ਜਿਹੜੇ ਅਸਮਾਨ ਛੂਹਦੇ ਨਜ਼ਰ ਆਏ। ਇਹਨਾਂ ਸਬਜ਼ੀਆਂ ਦੀ ਖਰੀਦਦਾਰੀ ਕਰਨ ਪਹੁੰਚੇ ਲੋਕਾਂ ਦਾ ਕੀ ਕਹਿਣਾ ਸੀ ਉਹ ਸੁਣਾ ਦਿੰਦੇ ਹਾਂ। ਸਬਜ਼ੀ ਦੇ ਰੇਟ ਤਾਂ ਹੁਣ ਸਭ ਨੂੰ ਪਤਾ ਹੀ ਹੈ ਕੀ ਰੇਟ ਹੋਇਆ। ਸਰਕਾਰਾਂ ਨੂੰ ਕਿਹੜਾ ਪਤਾ ਨਹੀਂ, ਸਰਕਾਰਾਂ ਨੂੰ ਪਤਾ ਹੈਗਾ ਰੇਟ। ਕੱਦੂ 10 ਰੁਪਏ ਕਿਲੋ ਵਾਲਾ 50 ਰੁਪਏ ਕਿਲੋ 60 ਰੁਪਏ ਕਿਲੋ ਵਿਕਦਾ ਮੰਡੀ ਦੇ ਵਿੱਚ। ਟਮਾਟਰ 60 ਤੋਂ 70 ਰੁਪਏ ਹੋਇਆ ਪਿਆ ਹੈਗਾ। ਖੀਰਾ ਹੈਗਾ 50 ਰੁਪਏ ਕਿਲੋ ਹੋਇਆ ਪਿਆ। ਗਰੀਬ ਦੇ ਲੈਣ ਦੀ ਤਾਂ ਕੋਈ ਚੀਜ਼ ਨਹੀਂ ਰਹੀ। ਆਲੂ ਸੀ ਉਹ 25 ਰੁਪਏ ਹੋ ਗਿਆ, ਪਿਆਜ਼ ਆ ਉਹ 25 ਰੁਪਏ ਹੋ ਗਿਆ। ਗਰੀਬ ਬੰਦਾ ਚਟਨੀ ਨਹੀਂ ਬਣਾ ਸਕਦਾ ਇਹ 'ਚ। ਮਹਿੰਗਾਈ ਇੰਨੀ ਹੋ ਗਈ। ਸਰਕਾਰਾਂ ਸਾਡੀਆਂ ਕਹਿ ਰਹੀਆਂ ਸੀ ਮਹਿੰਗਾਈ ਤੇ ਠੱਲ ਪਾਉਂਦੇ ਆ, ਠੱਲ ਪਾਉਂਦੇ ਆ। ਕੀ ਠੱਲ ਪਾ ਰਹੇ ਆ? ਕੁਛ ਨਹੀਂ ਪਾ ਰਹੇ। ਕਿਸੇ ਦਾ ਕੋਈ ਲੱਕ ਤੋੜ ਮਹਿੰਗਾਈ ਆ, ਕਿਸੇ ਦਾ ਕੋਈ ਕੁਛ ਨਹੀਂ ਕਰ ਸਕਦਾ। ਸਭ ਵੋਟ ਬੈਂਕ ਆ। ਇਹ ਗਰੀਬ ਬੰਦੇ ਆ, ਦਿਹਾੜੀਦਾਰ ਜਿਹੜੇ ਹੈਗੇ ਆ, ਸਬਜ਼ੀਆਂ ਲਾਈ ਬੈਠੇ ਆ। ਇਹਨਾਂ ਨੇ ਜ਼ਿਮੀਂਦਾਰਾਂ ਤੋਂ ਜਿਹੜਾ ਹੈਗਾ 80-80 ਹਜ਼ਾਰ ਨੂੰ 90-90 ਹਜ਼ਾਰ ਨੂੰ ਕਿੱਲਾ ਠੇਕੇ ਤੇ ਲਿਆ ਵਾਹਣ। ਇਹਨਾਂ ਨੇ ਵੀ 2 ਰੁਪਏ ਕਮਾਉਣੇ ਆ ਉਹਦੇ। ਜ਼ਿਮੀਂਦਾਰ ਦੇ ਸਾਡੇ ਦੇ ਜੇ ਕੋਈ 80 ਮਣ ਵੀ ਕਣਕ ਹੋ ਜੇ ਉਹ ਵੀ ਕਹਿੰਦਾ ਵੀ ਅਸੀਂ ਕਿਸਾਨ ਆ, ਅਸੀਂ ਗਰੀਬ ਆ। ਅਸੀਂ ਕੀ ਕਹਿਣਾ ਚਾਹੁੰਦੇ ਜੀ? ਬਸ ਆਹੀ ਕਹਿੰਦੇ ਵੀ ਸਬਜ਼ੀਆਂ ਤੇ ਕੰਟਰੋਲ ਹੋਣਾ ਚਾਹੀਦਾ ਹੈਗਾ। ਹੁਣ ਟਿੰਡੋ 120 ਰੁਪਏ ਕਿਲੋ ਹੈਗੀ। ਹੁਣ ਕੀ ਲੈ ਕੇ ਦਈਏ? ਬੱਚੇ ਵੈਸੇ ਖੁਸ਼ ਹੋ ਕੇ ਨਹੀਂ ਖਾਂਦੇ। ਕਿਹੜੀ ਚੀਜ਼ ਲੈ ਕੇ ਦਈਏ? ਸਾਰੀ ਚੀਜ਼ਾਂ ਮਹਿੰਗੀ ਹੋਈ ਪਈ ਹੈ। ਟਮਾਟਰ ਹੈਗੇ ਉਹ 80 ਰੁਪਏ 70 ਰੁਪਏ ਐਂ ਚੱਲੀ ਜਾਂਦੇ। ਕਿਹੜੀ ਸਬਜ਼ੀ ਲਈਏ ਜੀ? ਥੋੜੇ ਰੋਟੀ ਤਾਂ ਖਾਣੀ ਹੀ ਹੁੰਦੀ ਹੈ। ਕਿਹਦੇ ਨਾਲ ਹੁਣ ਬੱਚਿਆਂ ਨੂੰ ਉਹ ਕਰੀਏ? ਬੱਚੇ ਵੀ ਸਾਰਾ ਦਿਨ ਉਹ ਕਰਦੇ, ਦੇਖਦੇ, ਮਿਹਨਤ ਕਰਦੇ। ਫਿਰ ਇੰਨੀ ਵੀ ਸਬਜ਼ੀਆਂ ਹੀ ਨਹੀਂ ਉਹ ਮਿਲਦੀਆਂ ਤਾਂ ਫਿਰ ਕੀ ਖਾਣਗੇ ਬੱਚੇ? ਸਬਜ਼ੀ ਰੋਟੀ ਤਾਂ ਟਾਈਮ ਨਾਲ ਮਿਲਣੀ ਚਾਹੀਦੀ ਬੱਚਿਆਂ ਨੂੰ। ਸਬਜ਼ੀ ਸਸਤੀ ਹੋਊਗੀ ਫੇਰ ਹੀ ਘਰੇ ਬਣੂਗੀ ਨਾ। ਇਸ ਕਰਕੇ ਤੇ ਸਬਜ਼ੀਆਂ ਤੇ ਕੰਟਰੋਲ ਹੋਣਾ ਚਾਹੀਦਾ ਹੈ। ਇੰਨੀ ਮਹਿੰਗੀ ਨਹੀਂ ਹੋਣੀ ਚਾਹੀਦੀ ਆ। ਅਰਬੀਆਂ ਹੈਗੀਆਂ ਉਹ 60 ਰੁਪਏ ਕਿਲੋ ਹੈਗੇ। ਫੁੱਟਾਂ ਲਿਖ ਲਓ ਜਿਹੜੇ 5 ਰੁਪਏ ਕਿਲੋ 10 ਰੁਪਏ ਮਿਲਦੀਆਂ ਸੀ ਉਹ 30 ਰੁਪਏ ਕਿਲੋ ਹੈਗੀ। ਬੰਗੇ ਹੈਗੇ ਉਹ ਇੰਨੇ ਮਹਿੰਗੇ। ਹੁਣ ਬੱਚਿਆਂ ਨੂੰ ਕਿੱਥੇ ਉਹ ਕਰਾਂਗੇ ਜੀ? ਬਜਟ ਤਾਂ ਕੁਛ ਵੀ ਉਹ ਹੈ ਨਹੀਂ ਜੀ। ਬਸ ਘੱਟ ਹੋਣਾ ਚਾਹੀਦਾ ਹੈ। ਸਰਕਾਰ ਨੂੰ ਸੋਚਣਾ ਚਾਹੀਦਾ ਹਰ ਚੀਜ਼ ਬਾਰੇ। ਇਨਕਮ ਇੰਨੀ ਹੈ ਨਹੀਂ ਬੱਚਿਆਂ ਨੂੰ ਰੋਜ਼ਗਾਰ ਦਾ, ਹੋਰ ਦਾ, ਹਰ ਚੀਜ਼ ਦਾ। ਸਬਜ਼ੀਆਂ ਲੈਣ ਆਈ, ਸਬਜ਼ੀਆਂ ਦੇ ਰੇਟ ਇੰਨੇ ਵਧੇ ਹੋਏ ਆ ਜੀ। ਮਟਰ ਹੋ ਗਏ 100 ਰੁਪਏ ਕਿਲੋ, ਟਮਾਟਰ 60 ਰੁਪਏ ਕਿਲੋ। ਮਤਲਬ ਬਜਟ ਇੰਨਾ ਹੋ ਜਾਂਦਾ ਕਿ ਕਮਾਈਆਂ ਇੰਨੀਆਂ ਹੈ ਨਹੀਂ ਤੇ ਰੇਟ ਇੰਨੇ ਜ਼ਿਆਦਾ ਹੈਗੇ। ਤੇ ਇਹ ਤੇ ਸਰਕਾਰ ਦਾ ਕੋਈ ਖਿਆਲ ਨਹੀਂ ਹੈਗਾ। ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈਗਾ। ਮੈਂ ਕਹਿੰਦਾ ਜੀ ਰੇਟ ਕੰਟਰੋਲ ਹੋਣੇ ਚਾਹੀਦੇ ਆ। ਸਬਜ਼ੀਆਂ ਦਾ ਰੇਟ ਤਾਂ ਫਰੂਟ ਨਾਲੋਂ ਜ਼ਿਆਦਾ ਹੈ। ਅੰਬ ਵੀ 50 ਰੁਪਏ ਮਿਲ ਜਾਂਦੇ। ਸਬਜ਼ੀਆਂ ਜਿਹੜੀਆਂ 60 ਰੁਪਏ ਤੋਂ ਘੱਟ ਕੋਈ ਸਬਜ਼ੀ ਨਹੀਂ ਹੈਗੀ ਜੀ। ਤੇ 2 ਟਾਈਮ ਜੇ ਸਬਜ਼ੀ ਵੀ ਬਣਾਈਏ ਤਾਂ 200 ਰੁਪਏ ਤਾਂ ਸਬਜ਼ੀ ਦੇ ਲੱਗ ਜਾਂਦੇ ਹੈਗੇ ਜੀ। ਇੰਨੀਆਂ ਕਮਾਈਆਂ ਅੱਜ ਕੱਲ੍ਹ ਹੈ ਨਹੀਂ ਗੀਆਂ ਜੀ। 10-20 ਵਾਲੀ ਤਾਂ ਸਬਜ਼ੀ ਹੈ ਹੀ ਨਹੀਂ ਜੀ। ਜਿਹੜੀ 10-20 ਦੀ ਹੁੰਦੀ ਸੀ ਉਹ 60 ਰੁਪਏ 70 ਰੁਪਏ 100 ਰੁਪਏ ਐ ਹੈਗਾ ਜੀ। ਸਬਜ਼ੀਆਂ ਦੇ ਰੋਜ਼ ਦਾ ਭਾਅ ਹੁੰਦਾ ਬਾਈ ਜੀ। ਕਦੇ ਘਟ ਜਾਂਦਾ, ਕਦੇ ਵੱਧ ਜਾਂਦਾ। ਕਹਿਣ ਦਾ ਮਤਲਬ ਕਦੇ ਜਿਵੇਂ ਫਸਲ ਘੱਟ ਹੁੰਦੀ ਹੈ
ਐਤਕੀ ਫਸਲ ਵੀ ਘੱਟ ਆ ਵੈਸੇ। ਕੱਦੂ 60 ਰੁਪਏ ਹੋਏ ਪਏ ਆ, ਤੋਰੀ 60 ਹੋਈ ਪਈ ਹੈ। ਕਹਿਣ ਦਾ ਮਤਲਬ ਮਾਲ ਨਿਕਲ ਨਹੀਂ ਰਿਹਾ। ਵਪਾਰੀਆਂ ਦਾ ਜਿੱਥੇ 20-15 ਕਰੇਟ ਨਿਕਲਦੇ ਸੀਗੇ ਉੱਥੇ 5-6 ਕਰੇਟ ਹੀ ਨਿਕਲਦੇ ਆ। ਕਹਿਣ ਦਾ ਮਤਲਬ ਇਸ ਕਰਕੇ ਮਹਿੰਗਾਈ ਹੈ। ਜਿਵੇਂ ਹੁਣ ਕੱਦੂ ਇਸ ਟਾਈਮ ਕੱਦੂ 20-30 ਰੁਪਏ ਹੁੰਦੇ ਸੀਗੇ, ਹੁਣ 45-50 ਮੰਡੀ ਵਿਕਦਾ। ਕਹਿਣ ਦਾ ਮਤਲਬ ਵਧੀਆ ਕੱਦੂ, ਉਹ ਵੀ ਵਧੀਆ ਨਹੀਂ ਹੁੰਦਾ, ਵਿੱਚ ਵੱਡੇ ਵੀ ਭਰ ਕੇ ਲਿਆਉਂਦੇ। ਵਪਾਰੀ ਕੀ ਕਰੇ ਅਗਲਾ, ਉਹ ਕਿਹੜਾ ਗਾਂ ਨੂੰ ਸਿੱਟ ਦੂਗਾ। ਇਸ ਕਰਕੇ ਮਹਿੰਗਾਈ ਹੋਈ ਪਈ ਹੈ। ਵੱਧ ਤੋਂ ਵੱਧ 60 ਰੁਪਏ ਵਿਕ ਜਾਂਦਾ ਆਪਣਾ ਕੱਦੂ। ਮਟਰ ਹੁਣ ਜਿਵੇਂ ਮਟਰ ਹੋ ਗਏ ਹਿਮਾਚਲ ਦੇ ਆਉਂਦੇ ਆ। ਕਹਿਣ ਦਾ ਮਤਲਬ 90 ਰੁਪਏ 95 ਰੁਪਏ ਖਰੀਦ, 100 ਰੁਪਏ 120, ਜੇ ਨਾ ਵੇਚੀਏ ਦੂਜੇ ਦਿਨ ਖਰਾਬ ਹੋ ਜਾਂਦਾ। ਕਹਿਣ ਦਾ ਮਤਲਬ ਉੱਲੀ ਲੱਗ ਜਾਂਦੀ ਹੈ। ਸ਼ਿਮਲਾ ਮਿਰਚ ਹੋ ਗਈ, ਸ਼ਿਮਲੇ ਦੀ ਲੋਕਲ ਤਾਂ ਖਤਮ ਹੋ ਗਈ। ਕਹਿਣ ਦਾ ਮਤਲਬ ਜਿਵੇਂ 40 ਕੇ 45 ਰੁਪਏ ਆਉਂਦੀ ਆ, ਕਈ ਵਾਰੀ ਮਿਲਦੀ ਵੀ ਨਹੀਂ, 60 ਰੁਪਏ ਵੀ ਹੋ ਜਾਂਦੀ ਹੈ। ਜਿਵੇਂ ਪੱਤਾ ਗੋਭੀ ਅੱਜ 30 ਰੁਪਏ ਕੀ ਹੁੰਦੀ ਸੀਗੀ, 30-35 ਰੁਪਏ। ਅੱਜ ਪੱਤਾ ਗੋਭੀ ਵੀ ਮਹਿੰਗੀ ਸੀਗੀ। ਗਾਜਰ ਆਹ ਦੇਖ ਲਓ, ਗਾਜਰ ਸ਼ਿਮਲੇ ਵਾਲੀ ਹੈ, ਇਹ ਵੀ ਅੱਜ ਮਹਿੰਗੀ ਹੈ, 250-300 ਰੁਪਏ ਪਸੇਰੀ ਹੈ। ਕਹਿਣ ਦਾ ਮਤਲਬ ਫਸਲ ਘੱਟ ਆ ਨਹੀਂ ਰਹੀ ਹੈ ਨਾ। ਕਹਿਣ ਦਾ ਮਤਲਬ ਬਾਰਿਸ਼ ਕਰਕੇ ਹੈ। ਤੇ ਹੁਣ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਮਾਨਸਾ ਦਾ ਮਾਣ ਰੱਖਣ ਵਾਲੀ ਅਰਸ਼ਪ੍ਰੀਤ ਕੌਰ ਦੀ, ਜਿਸ ਨੇ 12ਵੀਂ ਜਮਾਤ ਦੇ ਨਤੀਜੇ ਦੇ ਵਿੱਚ ਵੱਡੀ ਬਾਜੀ ਮਾਰੀ ਹੈ, ਦੂਜੇ ਸਥਾਨ ਤੇ ਰਹੀ ਹੈ। ਹਾਲਾਂਕਿ ਇਹ ਦੂਜਾ ਸਥਾਨ ਵੀ ਉਸ ਨੂੰ ਉਮਰ ਦੇ ਲਿਹਾਜ਼ ਨਾਲ ਮਿਲਿਆ, ਜਦੋਂ ਕਿ ਪਹਿਲਾ ਸਥਾਨ ਜਿਹੜਾ ਹੈ ਉਸ ਦੇ ਅੰਕ ਵੀ ਲੜਕੀ ਦੇ 19 ਨੇ, 497 500 ਦੇ ਵਿੱਚੋਂ, ਤੇ 497 ਹੀ ਅਰਸ਼ਪ੍ਰੀਤ ਕੌਰ ਦੇ ਨੇ। ਪਰ ਉਮਰ ਦੀ ਐਵਰੇਜ ਜਿਹੜੀ ਹੈ ਉਹ ਬੋਰਡ ਵੱਲੋਂ ਕੱਢੀ ਗਈ। ਪਹਿਲੇ ਤਿੰਨੇ ਸਥਾਨਾਂ ਦੇ ਲਈ ਉਹਨਾਂ ਨੂੰ ਦੂਜਾ ਤੀਜਾ ਸਥਾਨ ਜਿਹੜਾ ਉਹ ਦਿੱਤਾ ਗਿਆ। ਜਿਸ ਦੀ ਉਮਰ ਸਭ ਤੋਂ ਘੱਟ ਸੀ ਉਸ ਨੂੰ ਪਹਿਲਾ ਸਥਾਨ ਦਿੱਤਾ ਗਿਆ, ਜਿਸ ਦੀ ਉਮਰ ਉਸ ਤੋਂ ਵੱਧ ਸੀ ਉਸ ਨੂੰ ਦੂਜਾ, ਤੇ ਜਿਸ ਦੀ ਉਮਰ ਉਸ ਤੋਂ ਵੱਧ ਸੀ ਉਸ ਨੂੰ ਤੀਜਾ ਸਥਾਨ ਦਿੱਤਾ ਗਿਆ। ਸੋ ਅੰਕਾਂ ਦੇ ਨਜ਼ਰੀਏ ਤੋਂ ਜਦੋਂ ਨਜ਼ਰ ਮਾਰੀਏ ਤਾਂ ਅਰਸ਼ਪ੍ਰੀਤ ਕੌਰ ਪਹਿਲੇ ਸਥਾਨ ਤੇ ਹੀ ਰਹੀ ਹੈ, ਪਰ ਬੋਰਡ ਦੇ ਗੁਣਾ ਜੋੜ ਅਨੁਸਾਰ ਇਸ ਨੂੰ ਦੂਜੇ ਸਥਾਨ ਤੇ ਸਬਰ ਕਰਨਾ ਪਿਆ ਹੈ। ਪਰ ਕੁੱਲ ਮਿਲਾ ਕੇ ਅਰਸ਼ਪ੍ਰੀਤ ਕੌਰ ਨੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਹੈ ਪੂਰੇ ਸੂਬੇ ਦੇ ਵਿੱਚ, ਤੇ ਅਰਸ਼ਪ੍ਰੀਤ ਕੌਰ ਤੋਂ ਵੱਡੀਆਂ ਉਮੀਦਾਂ ਵੀ ਨੇ। ਅਰਸ਼ਪ੍ਰੀਤ ਕੌਰ ਨੂੰ ਅੱਜ ਉਹਨਾਂ ਦੇ ਘਰ ਜਿਹੜੇ ਨੇ ਹਲਕੇ ਦੇ ਐਮਐਲਏ ਬੁੱਧਰਾਮ ਜਿਹੜਾ ਵਧਾਈ ਦੇਣ ਪਹੁੰਚੇ, ਤੇ ਇਸ ਤੋਂ ਇਲਾਵਾ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਫੋਨ ਤੇ ਗੱਲ ਕਰਵਾਈ, ਤੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਅਰਸ਼ਪ੍ਰੀਤ ਕੌਰ ਨੂੰ ਵਧਾਈ ਦਿੱਤੀ ਇਸ ਸਫਲਤਾ ਦੇ ਲਈ ਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸਰ 500 ਤੋਂ 497 ਸਰ ਮਤਲਬ ਓਵਰਆਲ ਤਾਂ ਵਧੀਆ ਪਰਸੈਂਟੇਜ ਹੈ, ਇੱਕ ਨੰਬਰ ਹੀ ਵੈਸੇ। ਹਾਂਜੀ ਸਰ ਮੇਰੀ ਕਨਫਰਮ ਕਰਕੇ ਬਾਅਦ ਚ ਦੱਸ ਦਿੰਦੇ ਸਰ। ਮਤਲਬ ਹਜੇ ਇੰਨਾ ਰਿਜ਼ਲਟ ਡੀਪਲੀ ਦੇਖਿਆ ਨਹੀਂ ਸਰ। ਸਰ ਮਤਲਬ ਡਿਸਕਸ ਕਰ ਰਹੇ ਸੀ ਅਜੇ ਕਰਨੀ। ਤੇ ਹੁਣ ਸੁਣਾ ਦਿੰਦੇ ਹਾਂ ਹਲਕੇ ਦੇ ਐਮਐਲਏ ਪ੍ਰਿੰਸੀਪਲ ਬੁੱਧਰਾਮ ਨੇ ਇਸ ਮੌਕੇ ਕੀ ਕਿਹਾ। ਦੇਖੋ, ਬਹੁਤ ਵੱਡੀ ਗੱਲ ਹੈ ਜੀ। 12ਵੀਂ ਜਮਾਤ ਦੇ ਵਿੱਚੋਂ ਪਿੰਡ ਬੱਚੋਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਜੋ ਇਸ ਪਿੰਡ ਦੀ ਜੰਪਲ ਹੈ, ਤੇ ਇਹ ਟੌਪ ਕੀਤਾ ਇਹਨੇ। ਭਾਵੇਂ ਜਿਹੜੀ ਫਸਟ ਕੀਤੀ ਹੈ ਕੁੜੀ ਉਹ ਵੀ ਬਰਾਬਰ ਨੰਬਰ ਸੀ, ਇਹਦੇ ਬਰਾਬਰ ਨੰਬਰ ਸੀ। ਉਮਰ ਦੀ ਵੱਡੀ ਹੋਣ ਕਰਕੇ ਸੈਕਿੰਡ ਕਰਤਾ, ਕਿਉਂਕਿ ਛੋਟੀ ਉਮਰ ਦੀ ਜਿਹੜੀ ਹੈਗੀ ਹੈ ਉਸ ਨੂੰ ਫਸਟ ਕੱਢਣਾ ਹੁੰਦਾ। ਸੋ ਇਸ ਕਰਕੇ ਸਾਡੇ ਵਾਸਤੇ ਬੜੀ ਮਤਲਬ ਇਲਾਕੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ, ਸਕੂਲ ਵਾਸਤੇ ਮਾਣ ਵਾਲੀ ਗੱਲ ਹੈ। ਮਨਿੰਦਰ ਕੌਰ ਕੁੜੀ ਇਹਦਾ ਰੈਂਕ ਬਹੁਤ ਵਧੀਆ ਆਇਆ। ਮੈਟ ਦੇ ਵਿੱਚੋਂ ਇੱਕ ਸਕੂਲ 'ਚ 2 ਬੱਚੀਆਂ ਆਉਣੀਆਂ ਇਸ ਸਕੂਲ ਵਾਸਤੇ। ਸਾਡੇ ਰਾਜੇਸ਼ ਅਰੋੜਾ ਜੀ ਜੋ ਪ੍ਰਿੰਸੀਪਲ ਸਾਹਿਬ ਨੇ, ਸਰ ਮੱਖਣ ਸਿੰਘ ਜੀ ਤੇ ਸਾਰਾ ਸਟਾਫ ਜਿਹੜਾ ਹੈਗਾ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ, ਕਿਉਂਕਿ ਉਹਨਾਂ ਦੀ ਮਿਹਨਤ ਦੇ ਬਦੌਲਤ ਤੇ ਮਾਪਿਆਂ ਦੀ ਜਿਹੜੀ ਸਹਿਯੋਗ ਦੇ ਨਾਲ ਤੇ ਬੱਚਿਆਂ ਦੀ ਦਿਨ ਰਾਤ ਦੀ ਕਮਾਈ ਜਿਹੜੀ ਹੈਗੀ ਹੈ ਉਹ ਅੱਜ ਸਾਹਮਣੇ ਆਈ ਹੈ ਕਿ ਅੱਜ ਅਖਬਾਰਾਂ ਦੇ ਵਿੱਚ ਇਹਨਾਂ ਦੀ ਫੋਟੋ ਲੱਗੀ ਹੈ, ਔਰ ਸਾਰੇ ਲਗਭਗ ਪੰਜਾਬ ਦੇ ਵਿੱਚ ਉਹਨੂੰ ਵਧਾਈਆਂ ਆ ਰਹੀਆਂ ਨੇ। ਸੋ ਅੱਜ ਤੁਸੀਂ ਆਪਾਂ ਸਾਰੇ ਇਸ ਕਰਕੇ ਬੈਠੇ ਹਾਂ। ਸਾਡੀਆਂ ਧੀਆਂ ਜਿਹੜਾ ਹੈਗਾ ਅਸੀਂ ਜਿਹਨੂੰ ਕਹਿ ਦਿੰਦੇ ਹਾਂ ਵੀ ਕੁੜੀਆਂ ਨੇ, ਇਹ ਅੱਜ ਕੁੜੀਆਂ ਨੇ ਦੇਖੋ ਤਿੰਨੇ ਕੁੜੀਆਂ ਟੌਪ ਕੀਤੀਆਂ। IAS ਦੇ ਵਿੱਚ ਵੀ ਜਿਹੜੀ ਕੋਈ ਟੌਪ ਹੈ ਉਹ ਕੁੜੀ ਕਰਦੀ ਹੈ, PCS ਦੇ ਟੌਪ ਉਹ ਕੁੜੀ ਕਰਦੀ ਹੈ, ਡਾਕਟਰਾਂ ਦੇ ਮੈਰਿਟ ਲਿਸਟ ਵਿੱਚ ਕੁੜੀਆਂ ਆਉਂਦੀਆਂ ਨੇ। ਸੋ ਕੁੜੀਆਂ ਸਾਡੇ ਮਤਲਬ ਘਰ ਦਾ ਭਾਗ ਹੁੰਦੀਆਂ ਨੇ। ਇਸ ਕਰਕੇ ਸਾਡੀ ਬੱਚੀ ਨੇ ਇਸ ਘਰ ਦਾ ਨਾਂ ਉੱਚਾ ਕੀਤਾ ਹੈ, ਮਾਂ ਪਿਓ ਦਾ ਨਾਂ ਉੱਚਾ ਕੀਤਾ ਹੈ। ਤੇ ਹੁਣ ਖਬਰ ਭਗਤਾ ਭਾਈਕਾ ਤੋਂ ਹੈ, ਜਿੱਥੇ ਜਬਰ ਜਨਾਹ ਦਾ ਸ਼ਿਕਾਰ ਹੋਈ 23 ਸਾਲਾ ਵਿਆਹੁਤਾ ਦਾ ਪਰਿਵਾਰ ਜਦੋਂ ਪੁਲਿਸ ਤੋਂ ਇਨਸਾਫ ਨਹੀਂ ਮਿਲਿਆ ਤਾਂ ਟੈਂਕੀ ਤੇ ਜਾ ਚੜਿਆ। ਪਿਛਲੇ ਦਿਨੀ ਦਿਆਲਪੁਰਾ ਭਾਈਕਾ ਵਾਸੀ ਇਸ ਵਿਆਹੁਤਾ ਵੱਲੋਂ ਪਿੰਡ ਦੇ ਹੀ 3 ਵਿਅਕਤੀਆਂ ਤੇ ਇਲਜ਼ਾਮ ਲਗਾਏ ਸਨ ਕਿ ਉਸ ਨਾਲ ਜ਼ਬਰਦਸਤੀ ਘਰ ਵਿੱਚ ਵੜ ਕੇ ਜਬਰ ਜਨਾਹ ਕੀਤਾ। ਪੁਲਿਸ ਨੇ ਬਾਕਾਇਦਾ ਮਾਮਲਾ ਵੀ ਦਰਜ ਕਰ ਲਿਆ, ਪਰ ਅਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਪੁਲਿਸ ਨੇ ਨਹੀਂ ਕੀਤੀ ਤੇ ਪਰਿਵਾਰ ਨੂੰ ਇਨਸਾਫ ਲੈਣ ਲਈ
ਪਾਣੀ ਦੀ ਟੈਂਕੀ ਤੇ ਚੜ੍ਹਨਾ ਪਿਆ। ਹਾਲਾਂਕਿ ਬਾਅਦ ਦੇ ਵਿੱਚ ਇਹਨਾਂ ਨੂੰ ਸਮਝਾ ਬੁਝਾ ਕੇ ਤੇ ਭਰੋਸਾ ਦੇ ਕੇ ਪੁਲਿਸ ਅਧਿਕਾਰੀਆਂ ਨੇ ਟੈਂਕੀ ਤੋਂ ਉਤਾਰ ਲਿਆ ਤੇ ਜਲਦੀ ਹੀ ਆਰੋਪੀਆਂ ਦੀ ਗ੍ਰਿਫਤਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਨਹੀਂ, ਕਾਰਵਾਈ ਹੋਈ ਆ। ਕਾਰਵਾਈ ਜਦੋਂ 370 ਦਾ ਪਰਚਾ ਦਰਜ ਹੋਇਆ ਉਹਦੇ ਬਿਆਨ ਤੇ ਪਰਚਾ ਦਰਜ ਹੋ ਗਿਆ ਸੀ। ਬੰਦੇ ਥੋੜੇ ਟਲੇ ਹੋਏ ਸੀ। ਕੋਸ਼ਿਸ਼ ਕਰ ਰਹੀ ਹੈ, ਹੇਕ ਤਾਂ ਫੜਨ ਦੀ ਰੇਡ ਮਾਰ ਰਹੀ ਹੈ ਪੁਲਿਸ। ਰੇਡ ਮਾਰ ਕੇ ਸਾਰੇ ਅਸੀਂ ਜਲਦੀ ਬੰਦੇ ਕੋਸ਼ਿਸ਼ ਕਰਾਂਗੇ ਲੋਕ ਅਰੈਸਟ ਕਰਨ ਦੀ। ਬਿਲਕੁਲ ਕੋਈ ਕਿਸੇ ਹਿਸਾਬ ਦੀ ਕੋਈ ਮਿਲੀ ਭੁਗਤ ਨਹੀਂ ਪਈ ਜੀ ਕਿਸੇ ਨਾਲ ਵੀ। ਉਸ ਆਪਣੇ ਸਹੀ ਆਪਦੇ ਸਟੈਂਡ ਤੇ ਜੋ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੀ ਹੈ, ਕੋਈ ਗਲਤ ਨਹੀਂ ਹੁੰਦੀ ਸੀ। ਤੇ ਹੁਣ ਖਬਰ ਮਲੋਟ ਤੋਂ ਹੈ, ਜਿੱਥੇ ਇੱਕ ਫੈਕਟਰੀ ਵਿੱਚ ਮਜ਼ਦੂਰਾਂ ਦੇ ਵਿਚਕਾਰ ਅਜਿਹਾ ਖੂਨੀ ਝਗੜਾ ਸ਼ੁਰੂ ਹੋਇਆ ਸਿਰਫ ਪਾਣੀ ਦੀ ਬੋਤਲ ਨੂੰ ਲੈ ਕੇ ਕਿ ਇੱਕ ਮਜ਼ਦੂਰ ਦੀ ਮੌਤ ਹੋ ਗਈ ਇਸ ਝਗੜੇ ਦੇ ਵਿੱਚ। ਮਲੋਟ ਦੇ ਮੁਕਤਸਰ ਰੋਡ ਉੱਪਰ ਇਹ ਪਿੰਡ ਇਨਾ ਖੇੜਾ ਦੇ ਵਿੱਚ ਸਥਿਤ ਇੱਕ ਪਾਈਪਾਂ ਬਣਾਉਣ ਵਾਲੀ ਫੈਕਟਰੀ ਸਥਿਤ ਹੈ, ਜਿੱਥੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਤੇ ਨਜ਼ਦੀਕ ਦੇ ਪਿੰਡ ਦੇ ਪੰਜਾਬੀ ਮਜ਼ਦੂਰਾਂ ਦੇ ਵਿੱਚ ਫ੍ਰਿਜ ਵਿੱਚ ਰੱਖੀ ਠੰਡੇ ਪਾਣੀ ਦੀ ਬੋਤਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਝਗੜਾ ਇੰਨਾ ਵੱਧ ਗਿਆ ਕਿ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ ਤੇ 2 ਹੋਰ ਮਜ਼ਦੂਰ ਜ਼ਖਮੀ ਹੋਏ ਨੇ। ਚਸ਼ਮਦੀਦ ਮਜ਼ਦੂਰਾਂ ਤੇ ਪੁਲਿਸ ਦੇ ਦੱਸਣ ਅਨੁਸਾਰ ਜਿਹੜਾ ਝਗੜਾ ਹੈ ਉਹ ਪਾਣੀ ਦੀ ਬੋਤਲ ਨੂੰ ਲੈ ਕੇ ਹੀ ਹੋਇਆ ਹੈ ਤੇ ਇਸ ਝਗੜੇ ਦੇ ਵਿੱਚ ਪ੍ਰਵਾਸੀ ਮਜ਼ਦੂਰ ਨਤੀਸ਼ ਕੁਮਾਰ ਦੀ ਮੌਤ ਹੋ ਗਈ ਤੇ ਮੁਕੇਸ਼ ਤੇ ਸੁਨੀਲ ਕੁਮਾਰ ਨਾਮ ਦੇ 2 ਹੋਰ ਮਜ਼ਦੂਰ ਜ਼ਖਮੀ ਹੋਏ ਨੇ, ਜਿਨ੍ਹਾਂ ਦਾ ਇਲਾਜ ਹੁਣ ਸਿਵਲ ਹਸਪਤਾਲ ਆਲਮਵਾਲਾ ਦੇ ਵਿੱਚ ਚੱਲ ਰਿਹਾ ਹੈ। ਕੁਝ ਬਿਹਾਰ ਦੇ ਬੰਦੇ ਕੰਮ ਕਰਦੇ ਆ ਤੇ ਕੁਝ ਪੰਜਾਬੀ ਬੰਦੇ 2-3 ਬੰਦੇ ਕੰਮ ਕਰਦੇ ਸੀਗੇ। ਉਹ ਸਵੇਰ ਗਏ ਆ ਉੱਥੇ ਪਾਣੀ ਫ੍ਰਿਜ ਵਿੱਚ ਰੱਖਿਆ ਸੀ ਪਾਣੀ ਵਾਸਤੇ। ਉਹਨਾਂ ਬਿਹਾਰੀਆਂ ਨੇ ਪਾਣੀ ਰੱਖਿਆ ਸੀਗਾ ਤੇ ਉਹਨਾਂ ਨੇ ਜਾ ਕੇ ਪਾਣੀ ਉਹਨਾਂ ਦਾ ਵਰਤ ਲਿਆ। ਵਰਤਨ ਕਰਕੇ ਉਹ ਬਿਹਾਰੀਆਂ ਨੇ ਕਿਹਾ ਵੀ ਸਾਡਾ ਤੁਸੀਂ ਪਾਣੀ ਵਰਤ ਲਿਆ ਹੈਗਾ, ਫਿਰ ਬਰਫ਼ ਪਈ ਹੈ ਵਰਤ ਲਈ ਹੈਗੀ ਆ। ਉਹਨਾਂ ਨੇ ਤੂੰ ਮੈਂ ਹੋਣ ਕਰਕੇ ਉਹਨਾਂ ਨੇ ਜਿੰਦਰਾ ਲਾਤਾ। ਜਿੰਦਰਾ ਲਾਉਣ ਕਰਕੇ ਉਹਨਾਂ ਨੇ ਜਿੰਦਰਾ ਨੂੰ ਤੋੜ ਦਿੱਤਾ। ਇਹ ਤੋਂ ਹੀ ਵਾਦੀ ਗੱਲ ਉਹਨਾਂ ਦੀ ਹੱਥੋਂ ਪਾਈ ਹੋ ਗਈ। ਇਹ ਜਿਹੜੇ ਮਲੋੜ ਦੇ ਬੰਦੇ ਸੀ, ਇਹ 3 ਉੱਥੇ ਹੈਗੇ ਸੀ, ਇਹਨਾਂ ਨੇ ਹੋਰ ਬੰਦੇ ਬੁਲਾ ਕੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ। ਸੋ ਇਸ ਨੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇੱਕ ਬੰਦੇ ਦੀ ਡੈਥ ਹੋਈ ਹੈ ਜੀ, 2 ਬੰਦੇ ਜ਼ਖਮੀ ਹੋਏ ਆ ਜੀ। ਇਹ ਫੈਕਟਰੀ ਦੇ ਵਿੱਚ ਆਪਣਾ ਪਾਈਪਾਂ ਵਾਲੀ ਫੈਕਟਰੀ ਆ, ਉੱਥੇ ਆਪਣਾ ਇਹ ਜਿਹੜਾ ਨਤੀਸ਼ ਕੁਮਾਰ ਦੀ ਡੈਥ ਹੋ ਗਈ ਆ। ਇਹਦਾ ਬ੍ਰਦਰ ਹੈ 2 ਮਨੀਸ਼ ਕੁਮਾਰ ਤੇ ਸੁਨੀਲ ਕੁਮਾਰ, ਉਹ ਜ਼ਖਮੀ ਹੋਏ ਆ। ਇਹਨਾਂ ਦਾ ਅਮਨ ਤੇ ਕ੍ਰਿਸ਼ਨ ਜਿਹੜੀ ਗੋਪੀ ਦੋਸ਼ੀ ਪਾਰਟੀ ਆ, ਉਹਨਾਂ ਨਾਲ ਆਪਸ ਵਿੱਚ ਫ੍ਰਿਜ 'ਚ ਪਾਣੀ ਦੇ ਪੀਣ ਪਿੱਛੇ ਇਹਨਾਂ ਦਾ ਝਗੜਾ ਆਇਆ ਸੀ ਵੀ ਉਹ ਆਂਦੇ ਠੰਡਾ ਪਾਣੀ ਅਸੀਂ ਪੀਣਾ, ਉਹ ਆਂਦੇ ਵੀ ਅਸੀਂ ਪੀਣਾ। ਇੱਥੋਂ ਇਹਨਾਂ ਦਾ ਝਗੜਾ ਹੋਣ ਤੋਂ ਇਹਨਾਂ ਨੇ ਜਿਹੜੀ ਕ੍ਰਿਸ਼ਨ ਦਾ ਭਰਾ ਗੋਪੀ ਤੇ ਅਮਨ, ਇਹਨਾਂ ਨੇ ਉੱਥੇ ਮੁੰਡੇ ਬੁਲਾ ਕੇ ਤੇ ਉਹਨਾਂ ਨੂੰ ਆਪਣਾ ਉੱਥੇ ਕੁੱਟਿਆ ਤੇ ਇੱਕ ਆਪਣਾ ਦੀ ਡੈਥ ਹੋ ਗਈ ਨਤੀਸ਼ ਕੁਮਾਰ ਦੀ ਤੇ ਮੁਕੇਸ਼ ਤੇ ਸੁਨੀਲ ਜ਼ਖਮੀ। ਉਹ ਆਪਣਾ ਉੱਥੇ ਕੋਈ ਪਾਸੇ ਬੰਦਾ ਖੜਾ ਸੀ, ਉਹਦੀ ਅਸੀਂ ਤਫਤੀਸ਼ ਕਰ ਰਹੇ ਨਹੀਂ, ਬਸ ਅਜੇ ਆਪਣਾ ਕਰ ਰਹੇ ਹੈਗੇ। ਤੇ ਹੁਣ ਗੱਲ ਕਰ ਲਈਏ ਪੰਜਾਬ ਦੀਆਂ ਰਵਾਇਤੀ ਫਸਲਾਂ ਦੀ, ਜਿਨ੍ਹਾਂ ਦੀ ਕਾਸ਼ਤ ਅੱਜ ਦੇ ਦੌਰ ਦੇ ਵਿੱਚ ਜਦੋਂ ਵਪਾਰਕ ਫਸਲਾਂ ਉਗਾਉਣ ਦੇ ਵਿੱਚ ਕਿਸਾਨ ਰੁੱਝੇ ਹੋਏ ਨੇ ਤਾਂ ਇਹਨਾਂ ਦੀ ਕਾਸ਼ਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ। ਤੇ ਇਹਨਾਂ ਰਵਾਇਤੀ ਫਸਲਾਂ ਦੀ ਕਾਸ਼ਤ ਨੂੰ ਜਿਹੜਾ ਖੇਤੀ ਵਿਰਾਸਤ ਮਿਸ਼ਨ ਦੇ ਵੱਲੋਂ ਖਾਸ ਤੌਰ ਤੇ ਉਤਸ਼ਾਹਿਤ ਕੀਤਾ ਗਿਆ ਹੈ। ਪਿਛਲੇ ਸਮੇਂ ਤੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਨੇ ਤੇ ਜੈਤੋ ਤੋਂ ਇਹ ਖੇਤੀ ਵਿਰਾਸਤ ਮਿਸ਼ਨ ਜਿਹੜੀ ਸੰਸਥਾ ਕੰਮ ਕਰਦੀ ਹੈ ਤਾਂ ਜ਼ਾਹਿਰ ਹੈ ਇਸ ਦਾ ਅਸਰ ਉਹ ਜ਼ਿਆਦਾਤਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਰਵਾਇਤੀ ਫਸਲਾਂ ਦੀ ਜਿਹੜੀ ਕਾਸ਼ਤ ਹੈ ਉਹ ਵੀ ਜ਼ਿਕਰਯੋਗ ਪੱਧਰ ਤੇ ਕੀਤੀ ਜਾਣ ਲੱਗੀ ਹੈ ਤੇ ਇਸ ਦੇ ਲਈ ਕੁਦਰਤੀ ਖੇਤੀ ਨੂੰ ਮੁੜ ਤੋਂ ਅਪਣਾਉਣ ਵਾਸਤੇ ਤੇ ਕੁਦਰਤੀ ਖੇਤੀ ਨਾਲ ਲੋਕਾਂ ਨੂੰ ਜੋੜਨ ਦੇ ਲਈ ਖੇਤੀ ਵਿਰਾਸਤ ਮਿਸ਼ਨ ਬੀਤੇ ਕਈ ਸਾਲਾਂ ਤੋਂ ਲਗਾਤਾਰ ਕੰਮ ਕਰ ਰਿਹਾ ਹੈ ਤੇ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਦੇ ਲੋਕ ਹੁਣ ਕਣਕ ਝੋਨੇ ਨੂੰ ਛੱਡ ਕੇ ਥੋੜਾ ਇੱਧਰ ਵੀ ਧਿਆਨ ਦੇਣ ਲੱਗੇ ਨੇ ਤੇ ਰਵਾਇਤੀ ਫਸਲਾਂ ਦੀ ਕਾਸ਼ਤ ਜਿਹੜੀ ਹੈ ਉਹ ਸ਼ੁਰੂ ਕਰਨ ਲੱਗੇ ਨੇ। ਬੇਸ਼ੱਕ ਸ਼ੁਰੂਆਤ ਦੇ ਵਿੱਚ ਕਿਸਾਨਾਂ ਵੱਲੋਂ ਇਹਨਾਂ ਰਵਾਇਤੀ ਫਸਲਾਂ ਹੇਠ ਬਹੁਤ ਥੋੜੇ ਰਕਬੇ ਨੂੰ ਲਿਆਂਦਾ ਜਾ ਰਿਹਾ ਹੈ, ਪਰ ਇਹ ਇੱਕ ਚੰਗਾ ਉਪਰਾਲਾ ਹੈ ਕਿ ਕਿਸਾਨ ਇੱਧਰ ਨੂੰ ਮੁੜਨ ਜ਼ਰੂਰ ਲੱਗੇ ਨੇ ਤੇ ਕਿਸਾਨਾਂ ਨੂੰ ਇਹ ਕਿੱਤਾ ਲਾਹੇਵੰਦ ਲੱਗਿਆ। ਤਾਂ ਹੁਣ ਆਉਣ ਵਾਲੇ ਸਮੇਂ 'ਚ ਜੋ ਕਿਸਾਨ ਇੱਕ ਵਾਰ ਅਪਣਾਉਂਦੇ ਨੇ ਉਹ ਹੌਲੀ-ਹੌਲੀ ਰਕਬਾ ਜਿਹੜਾ ਉਹ ਵਧਾਉਂਦੇ ਜਾ ਰਹੇ ਨੇ। ਪੰਜਾਬ ਦੀ ਬਦਲਵੀਂ ਖੇਤੀ ਦੇ ਲਈ ਇਹ ਅਹਿਮ ਹੋਵੇਗਾ ਕਾਫੀ, ਜਿਸ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਯੋਗਦਾਨ ਨੂੰ ਵੀ ਨਹੀਂ ਅਸੀਂ ਭੁਲਾ ਸਕਦੇ। ਫਰੀਦਕੋਟ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਅਜਿਹੇ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਖੇਤਾਂ ਵਿੱਚ ਰਵਾਇਤੀ ਅਨਾਜ ਉਗਾਉਣਾ ਸ਼ੁਰੂ ਕਰਤਾ ਹੈ, ਜਿਨ੍ਹਾਂ ਨੂੰ ਮਿਲਟ ਕਿਹਾ ਜਾਂਦਾ ਹੈ ਤੇ ਇਹਨਾਂ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਆਪਣੇ ਖੇਤਾਂ ਵਿੱਚ ਮਿਲਟਾਂ ਦੀ ਖੇਤੀ ਸ਼ੁਰੂ ਕਰ ਚੁੱਕੇ ਨੇ ਤੇ ਇਸ ਵਕਤ ਉਹਨਾਂ ਨੇ ਕੋਦਰਾ ਕੰਗਣੀ ਦੀ ਬਿਜਾਈ ਜਿਹੜੀ ਉਹ ਕੀਤੀ ਹੋਈ ਹੈ ਤੇ ਜਲਦੀ ਹੀ ਬਾਕੀ ਮਿਲਟ ਵੀ ਉਹ ਲਗਾਉਣ ਦਾ ਇਰਾਦਾ ਰੱਖਦੇ ਨੇ। ਤੇ ਇਹਨਾਂ ਕਿਸਾਨਾਂ ਦੀ ਮੰਨੀਏ ਤਾਂ ਮਿਲਟ ਜਿਹੜੇ ਪੰਜਾਬੀ 'ਚ ਅਸੀਂ ਇਹਨਾਂ ਨੂੰ ਮੋਟੇ ਆਹਾਰ ਕਹਿ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਕੋਦਰਾ ਕੰਗਣੀ ਕੁਟਕੀ ਚੀਨਾ ਸਵਾਂਖ
ਹਰੀ ਕੰਗਣੀ ਤੇ ਰਾਗੀ ਆਦਿ ਮਨੁੱਖੀ ਸਿਹਤ ਦੇ ਲਈ ਕਾਫੀ ਲਾਭਦਾਇਕ ਹੁੰਦੇ ਨੇ ਤੇ ਇਹਨਾਂ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ। ਜਦੋਂ ਇਹਨਾਂ ਦੀ ਕਾਸ਼ਤ ਬਾਰੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਬੇਸ਼ੱਕ ਮਿਹਨਤ ਤਾਂ ਬਹੁਤ ਲੱਗਦੀ ਹੈ, ਪਰ ਨਾ ਕੋਈ ਖਾਦ ਸਪਰੇਅ ਦੀ ਲੋੜ ਪੈਂਦੀ ਹੈ ਇਹਨਾਂ ਦੇ ਉੱਪਰ ਤੇ ਨਾ ਹੀ ਬਹੁਤੇ ਪਾਣੀ ਦੀ ਲੋੜ ਪੈਂਦੀ ਹੈ। ਤੇ ਇਹਨਾਂ ਦਾ ਕਹਿਣਾ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਦੇ ਨਾਲ ਜ਼ਹਿਰੀਲਾ ਵੀ ਹੋ ਗਿਆ ਹੈ ਤੇ ਇਸ ਦੇ ਲਈ ਪਾਣੀ ਅਤੇ ਧਰਤੀ ਦੀ ਹੋਂਦ ਨੂੰ ਬਚਾਉਣ ਦੇ ਲਈ ਸਾਨੂੰ ਅਜਿਹੀਆਂ ਫਸਲਾਂ ਦੀ ਕਾਸ਼ਤ ਵੱਲ ਧਿਆਨ ਦੇਣਾ ਚਾਹੀਦਾ ਹੈ। ਪਹਿਲਾਂ ਤਾਂ ਆਪਾਂ ਸਬਜ਼ੀਆਂ ਬੀਜਦੇ ਸੀਗੇ ਜੀ, ਹੁਣ ਆਪਾਂ ਨਵੀਂ ਖੇਤੀ ਆਪਣੇ ਬੈਲਟਾਂ ਤੇ ਆਪਣੇ ਮਿੰਦਰ ਦੱਤ ਖੇਤੀ ਵਿਰਾਸਤ ਮਿਸ਼ਨ ਵਾਲੇ ਕਰਵਾ ਰਹੇ ਜੀ। ਬਹੁਤ ਵਧੀਆ ਉਪਰਾਲਾ ਇਹਨਾਂ ਦਾ ਜੀ, ਕਿਸਾਨਾਂ ਨੂੰ ਚੰਗੀ ਸੇਧ ਵੱਲ ਲੈ ਕੇ ਜਾ ਰਹੇ ਜੀ। ਇਹ ਕੋਦਰਾ ਜੀ ਤੇ ਇੱਧਰ ਰਾਗੀ ਹੈ ਜੀ, ਤੇ ਇਹ ਆਪਾਂ ਨੂੰ ਏਕੜਾਂ ਪਾਣੀ ਲਾ ਕੇ ਜਾਂਦੇ ਆ ਜੀ। ਦੁਬਾਰਾ ਪਾਣੀ ਲਾਉਣ ਦੀ ਜ਼ਰੂਰਤ ਬਹੁਤ ਘੱਟ ਹੈ ਜੀ, ਯਾਨੀ ਕਿ ਇਹ ਆਪਣੀਆਂ ਬਿਨਾਂ ਪਾਣੀ ਤੋਂ ਫਸਲਾਂ ਜੀ, ਯਾਨੀ ਕਿ ਝੋਨੇ ਨਾਲ ਪਾਣੀ ਦਾ ਸਤਰ ਡੂੰਘਾ ਹੁੰਦਾ ਜਾ ਰਿਹਾ ਹੈਗਾ, ਜਿਹੜਾ ਕਿ ਆਉਣ ਲਈ ਆਪਾਂ ਨੂੰ ਬਹੁਤ ਵੱਡੀ ਸਮੱਸਿਆ ਬਣ ਜਾ ਰਿਹਾ ਜੀ। ਆਪਾਂ ਨੂੰ ਪੀਣ ਯੋਗ ਪਾਣੀ ਵੀ ਨਹੀਂ ਰਹਿਣਾ ਜੀ, ਆਪਾਂ ਹੋਰ ਝੋਨਾ ਲਾਉਂਦੇ ਰਹੇ ਵਾਹਨ ਦੇ ਵਿੱਚ ਜੀ। ਇਸ ਲਈ ਇਹ ਨਵੀਂ ਖੇਤੀ ਆਈ ਹੈ ਮਿਲਟਾਂ ਦੀ ਜੀ, ਬਹੁਤ ਵਧੀਆ ਹੈ, ਖਾਣ ਵਾਸਤੇ ਵੀ ਬਹੁਤ ਵਧੀਆ ਜੀ। ਇਹ ਨਾਲ ਘੱਟ ਪਾਣੀ ਦੀ ਜ਼ਰੂਰਤ ਹੈ, ਕੋਈ ਇਹਨਾਂ ਨੂੰ ਰੇਹ ਦੀ ਜ਼ਰੂਰਤ ਨਹੀਂ ਪੈਂਦੀ, ਕੋਈ ਸਪਰੇਅ ਦੀ ਜ਼ਰੂਰਤ ਨਹੀਂ ਪੈਂਦੀ ਜੀ। 1 ਏਕੜ ਦੇ ਵਿੱਚ ਇਹਦਾ ਜੀ 6 ਕੁਆਂਟਲ ਤੋਂ ਲੈ ਕੇ 11 ਕੁਆਂਟਲ ਤੱਕ ਦਾ ਝਾੜ ਹੈ ਜੀ, ਤੇ ਇਹਦਾ 70 ਰੁਪਏ ਰੇਟ ਆ ਜੀ। ਇਹਦਾ ਉੱਤੋਂ ਛਿਲਕਾ ਉਤਾਰਨਾ ਪੈਂਦਾ ਜੀ, ਛਿਲਕਾ ਉਤਾਰ ਕੇ ਤਾਂ ਜੀ 130-140 ਰੁਪਏ ਕਿਲੋ ਵਿਕਦਾ। ਮੈਨੂੰ ਤਕਰੀਬਨ 7 ਸਾਲ ਹੋ ਗਏ ਜੀ ਇਸ ਕਿੱਤੇ ਨਾਲ ਜੁੜਿਆ ਨੂੰ। ਅਸੀਂ 7 ਸਾਲ ਹੋ ਗਏ ਮਾਨ ਦੇ ਵਿੱਚ ਬਿਲਕੁਲ ਵੀ ਅੱਗ ਨਹੀਂ ਲਗਾਈਗੀ। ਉਦੋਂ ਤੋਂ ਹੀ ਅਸੀਂ ਮਿਲਟ, ਇੱਕ ਤਾਂ ਕੋਦਰਾ ਵਗੈਰਾ ਜਿਹੜਾ ਬਾਬੇ ਨਾਨਕ ਨੇ ਵੀ ਪ੍ਰਸ਼ਾਦਾ ਛਕਿਆ ਸੀ ਕੋਦਰੇ ਦਾ, ਭਾਈ ਲਾਲੋ ਜੀ ਨੇ ਛਕਾਇਆ ਸੀ, ਰਾਗੀ ਹੋ ਗਈ, ਕੁਟਕੀ ਹੋ ਗਈ, ਸਵਾਂਕ ਵਗੈਰਾ, ਇਹ ਸਾਰੇ ਮਿਲਟ ਅਸੀਂ ਆਪਦੇ ਖੇਤ ਦੇ ਵਿੱਚ ਤਿਆਰ ਕਰਦੇ ਹਾਂ ਬਿਲਕੁਲ ਆਰਗੈਨਿਕ। ਇਸ ਵਕਤ ਸਾਡੇ ਕੋਲੇ ਕੋਦਰਾ ਹੈਗਾ ਜੀ, ਤੇ ਇੱਕ ਇਧਰ ਸਾਡੇ ਆ ਬੀਜੀ ਹੋਈ ਹੈ, ਇਹ ਰਾਗੀ ਹੈ ਜੀ। ਤੇ ਉਦੋਂ ਪਰੇ ਜਿਹੜਾ ਵਾਹਣ ਸਾਡੇ ਕੋਲ ਪਿਆ ਉਹਦੇ ਵਿੱਚ 3 ਆਈਟਮਾਂ ਜੇ ਅਸੀਂ ਬੀਜਣੀਆਂ, ਉਹਨਾਂ ਦਾ ਜੇ ਟਾਈਮ ਨਹੀਂ ਆਏਗਾ ਤੇ ਉਹ ਅਸੀਂ ਬੀਜਾਂਗੇ। ਬੈਨੀਫਿਟ ਇਹਨਾਂ ਦਾ ਜੀ, ਜਿਹੜੇ ਮਿਲਟ ਹੁੰਦੇ ਆ ਇਮਿਊਨਿਟੀ ਨੂੰ ਸਟਰੋਂਗ ਰੱਖਦੇ ਆਪਣੀ ਨੂੰ। ਜਿਵੇਂ ਬੱਚੇ ਜਿਹੜੇ ਬਚਪਨ ਤੋਂ ਕਈ ਵਾਰੀ ਹੁੰਦਾ ਵੀ ਜਿਵੇਂ ਸ਼ੂਗਰ ਦੇ ਮਰੀਜ਼ ਹੋ ਜਾਂਦੇ ਆ, ਉਹਨਾਂ ਵਾਸਤੇ, ਜਾਂ ਜਿਨ੍ਹਾਂ ਨੂੰ ਅਲਰਜੀ ਹੁੰਦੀ ਹੈ ਕਿਸੇ ਵੀ ਚੀਜ਼ ਤੋਂ, ਉਹਨਾਂ ਵਾਸਤੇ ਮਿਲਟ ਬਹੁਤ ਹੀ ਬੈਨੀਫਿਟ ਹੈ। ਲੋਕਾਂ 'ਚ ਉਤਸ਼ਾਹ ਹੈ ਇਸ ਚੀਜ਼ ਨੂੰ? ਬਿਲਕੁਲ ਹੈਗੇ ਜੀ, ਸਾਡੇ ਨਾਲ ਵੀਰ ਜੀ ਜੁੜੇ ਹੋਏ ਆ ਨਾਲ। ਹੌਲੀ ਹੌਲੀ ਜਿਵੇਂ ਜਿਵੇਂ ਰੁਝਾਨ ਵੱਧਦਾ ਜਾਂਦਾ ਉਵੇਂ ਕਿਸਾਨ ਵੀ ਵੱਧਦੇ ਜਾਂਦੇ ਇਧਰ। ਤੇ ਇਸ ਮੌਕੇ ਜਦੋਂ ਖੇਤੀ ਵਿਰਾਸਤ ਮਿਸ਼ਨ ਦੇ ਪ੍ਰਮੁੱਖ ਉਮਿੰਦਰ ਦੱਤ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵਿਰਾਸਤ ਮਿਸ਼ਨ ਲੰਬੇ ਸਮੇਂ ਤੋਂ ਅਜਿਹੀ ਹੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰ ਰਿਹਾ ਸੀ ਜਿਸ ਨੂੰ ਬੂਰ ਪੈਣ ਲੱਗਿਆ। ਉਹਨਾਂ ਵੀ ਇਹੀ ਕਿਹਾ ਕਿ ਮਿਲਟ ਉਹ ਮੋਟੇ ਆਹਾਰ ਨੇ ਜਿਨ੍ਹਾਂ ਨੂੰ ਖਾਣ ਦੇ ਨਾਲ ਇਨਸਾਨ ਦੇ ਸਰੀਰ ਨੂੰ ਲੱਗੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਤੇ ਸਰੀਰ ਨੂੰ ਨਿਰੋਗ ਬਣਾਉਂਦੇ ਨੇ। ਮਿਲਟਾਂ ਦੀ ਖੇਤੀ ਬੜੀ ਆਸਾਨ ਵੀ ਹੈ। ਜਿੰਨੇ ਪਾਣੀ ਨਾਲ 1 ਏਕੜ ਕਣਕ ਇੱਕ ਸੀਜ਼ਨ ਵਿੱਚ ਤਿਆਰ ਕੀਤੀ ਜਾਂਦੀ ਹੈ, ਉਹਨੇ ਪਾਣੀ ਨਾਲ ਤਾਂ ਕਰੀਬ 26 ਸਾਲ ਮਿਲਟਾਂ ਦੀ ਖੇਤੀ ਕੀਤੀ ਜਾ ਸਕਦੀ ਹੈ। ਅਜਿਹਾ ਕਹਿਣਾ ਹੈ ਉਮਿੰਦਰ ਦੱਤ ਦਾ। ਉਮਿੰਦਰ ਦੱਤ ਨੇ ਇਹ ਵੀ ਕਿਹਾ ਕਿ ਮਿਲਟਾਂ ਦੀ ਪ੍ਰੋਸੈਸਿੰਗ ਤੇ ਮਾਰਕੀਟਿੰਗ ਦੇ ਵਿੱਚ ਕਿਸਾਨਾਂ ਨੂੰ ਮੁੱਖ ਸਮੱਸਿਆ ਆਉਂਦੀ ਸੀ, ਜਿਸ ਦੇ ਲਈ ਉਹਨਾਂ ਪਹਿਲ ਕਦਮੀ ਕੀਤੀ ਹੈ ਤੇ ਖੇਤੀ ਵਿਰਾਸਤ ਮਿਸ਼ਨ ਦੇ ਵੱਲੋਂ ਜਿਹੜਾ ਨੋ ਪ੍ਰੋਫਿਟ ਨੋ ਲਾਸ ਤੇ ਇਹਨਾਂ ਕਿਸਾਨਾਂ ਨੂੰ ਮਿਲਟ ਪ੍ਰੋਸੈਸਿੰਗ ਪਲਾਂਟ ਜਿਹੜੇ ਨੇ ਉਹ ਮੁਹੱਈਆ ਕਰਵਾਏ ਜਾ ਰਹੇ ਨੇ। ਦੇਖੋ, ਮਿਲਟ ਦਾ ਪ੍ਰਮੋਸ਼ਨ ਜਾਂ ਮੂਲ ਅਨਾਜ, ਮੁੱਢਲੇ ਅਨਾਜ ਜਾਂ ਆਮ ਭਾਸ਼ਾ 'ਚ ਮੋਟੇ ਅਨਾਜ ਵੀ ਕਹਿੰਦੇ ਨੇ, ਜਿਹਦੇ 'ਚ ਜਵਾਰ, ਬਾਜਰਾ, ਰਾਗੀ, ਕੁਟਕੀ, ਸਵਾਂਕ, ਹਰੀ ਕੰਗਣੀ, ਕੋਦਰਾ, ਇਹ ਸਾਰੀਆਂ ਨੇ। ਚੀਨਾ ਵੀ ਹੈਗੀ, 9 ਮਿਲਟ ਨੇ ਮੇਨਲੀ। ਅਸੀਂ ਇਹਨਾਂ ਨੂੰ ਪ੍ਰਮੋਟ ਕਰ ਰਹੇ ਹਾਂ 2005 ਤੋਂ ਹੀ, ਔਰ 2008 ਤੋਂ ਤਾਂ ਖੇਤੀ ਵਿਕਾਸ ਮਿਸ਼ਨ ਨੇ ਦੇ ਮੇਲੇ ਵੀ ਲਗਾਉਣੇ ਸ਼ੁਰੂ ਕੀਤੇ ਸੀ। ਪਰ ਪਿਛਲੇ ਹੁਣ 2-3 ਸਾਲਾਂ ਤੋਂ ਅਸੀਂ ਜ਼ਿਆਦਾ ਐਕਸਟੈਂਸਿਵਲੀ ਜਾਂ ਜ਼ਿਆਦਾ ਜ਼ੋਰ ਲਗਾ ਕੇ ਇਹ ਕੰਮ ਕਰ ਰਹੇ ਹਾਂ ਕਿ ਪੰਜਾਬ ਦਾ ਅਗਰ ਪਾਣੀ ਬਚਾਉਣਾ ਹੈ, ਧਰਤੀ ਦਾ ਹੇਠਲਾ, ਤੇ ਮਿਲਟ ਉਗਾਉਣੇ ਪੈਣਗੇ। ਮਿਲਟ ਉਗਾਵਾਂਗੇ ਤਾਂ ਪਾਣੀ ਬਚੇਗਾ, ਵਾਤਾਵਰਣ ਬਚੇਗਾ। ਮਿਲਟਾਂ ਨੂੰ ਉਗਾਉਣ 'ਚ ਨਾ ਰੇਹ ਦੀ ਸਪਰੇਅ ਦੀ ਲੋੜ ਹੈ, ਨਾ ਹਾਰਵੈਸਟ ਕਰਨ ਤੋਂ ਬਾਅਦ ਰੀ ਸਪਰੇਅ ਦੀ ਲੋੜ ਹੈ। ਫਿਰ ਜਿਹੜਾ ਬੰਦਾ ਮਿਲਟ ਖਾਂਦਾ ਹੈ, ਸਿਹਤ ਵੀ ਉਹਦੀ ਠੀਕ ਰਹਿੰਦੀ ਹੈ। ਕਿੰਨੀਆਂ ਬਿਮਾਰੀਆਂ, ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਮੋਟਾਪਾ ਹੈ, ਭਾਰ ਘਟਾਉਣ ਦੀ ਗੱਲ ਹੈਗੀ ਹੈ, ਜਾਂ ਹਾਰਮੋਨਲ ਡਿਸਰਪਸ਼ਨ ਹੈ, ਇਹ तमाम ਚੀਜ਼ਾਂ ਮਿਲਟਸ ਠੀਕ ਕਰਦੇ ਨੇ। ਹੁਣ ਕਿਸਾਨ ਬਹੁਤ ਅਪਣਾ ਰਹੇ ਨੇ। ਅੱਜ ਅਸੀਂ ਅਗਰ ਕਹੀਏ ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੀ ਅਨੇਕ ਕਿਸਾਨ, ਜੈਤੋਂ ਦੇ ਆਸ-ਪਾਸ ਦੇ 33 ਪਿੰਡਾਂ 'ਚ ਅਨੇਕ ਕਿਸਾਨ ਇਹਨੂੰ ਅਪਣਾ ਰਹੇ ਨੇ। ਇਹਦੀ ਮਾਰਕੀਟ 'ਚ ਡਿਮਾਂਡ ਬੜੀ ਹੈ, ਔਰ ਪੰਜਾਬ ਦਾ ਪਹਿਲਾ ਮਿਲਟ ਪ੍ਰੋਸੈਸਿੰਗ ਯੂਨਿਟ ਉਹ ਖੇਤੀ ਵਿਰਾਸਤ ਮਿਸ਼ਨ ਨੇ ਜੈਤੋਂ ਲਗਾਇਆ, ਜਿਹੜਾ ਨੋਨ ਪ੍ਰੋਫਿਟ ਨੋ ਲਾਸ ਬੇਸ 'ਤੇ ਉਹ ਕਿਸਾਨਾਂ ਨੂੰ ਇਹਦੀ ਜਿਹੜੀ ਆ ਪ੍ਰੋਸੈਸਿੰਗ ਕਰਕੇ ਦਿੰਦਾ ਹੈ। ਨਾ ਮਾਤਰ ਦੀ ਕੀਮਤ 'ਤੇ ਅਸੀਂ ਉਹ ਪ੍ਰੋਸੈਸਿੰਗ ਕਰਕੇ ਦਿੰਦੇ ਹਾਂ ਕਿਸਾਨਾਂ ਨੂੰ। ਹਜੇ ਦਿੱਕਤ ਸੀ, ਪ੍ਰੋਸੈਸਿੰਗ ਹੋ ਨਹੀਂ ਸਕਦੀ ਸੀ, ਪੰਜਾਬ 'ਚ ਕੋਈ ਯੂਨਿਟ ਨਹੀਂ ਸੀ। ਇਸ ਸਾਲ ਯੂਨਿਟ ਲੱਗ ਗਿਆ।
ਔਰ ਹੁਣ ਇਸ ਸਾਲ ਤੋਂ ਜਿਹੜੇ ਕਿਸਾਨਾਂ ਦੀ ਫਸਲ ਆਏਗੀ ਮਿਲਟ ਦੀ ਅਸੀਂ ਉਹਨੂੰ ਪ੍ਰੋਸੈਸਿੰਗ ਕਰਕੇ ਦੇਵਾਂਗੇ। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਇਸ ਵੇਲੇ ਬਾਰਿਸ਼ਾਂ ਦੀ ਰੁੱਤ ਜਿਹੜੀ ਸ਼ੁਰੂ ਹੋ ਚੁੱਕੀ ਹੈ ਔਰ ਸਭ ਨੂੰ ਪਤਾ ਹੈ ਕਿ ਬਾਰਿਸ਼ਾਂ ਦੇ ਵਿੱਚ ਬਾਕੀ ਕੀੜੇ ਪਤੰਗੇ ਤਾਂ ਜ਼ਿਆਦਾ ਨਿਕਲਦੇ ਹੀ ਨੇ, ਇਸ ਦੇ ਨਾਲ ਨਾਲ ਸੱਪਾਂ ਦੀ ਵੀ ਜਿਹੜੀ ਭਰਮਾਰ ਉਹ ਖੁੱਡਾਂ ਤੋਂ ਬਾਹਰ ਹੋ ਜਾਂਦੀ ਹੈ। ਅਕਸਰ ਘਰਾਂ ਦੇ ਵਿੱਚ ਵੀ ਸੱਪ ਆ ਜਾਂਦੇ ਨੇ, ਹੋਰ ਸੰਸਥਾਵਾਂ ਦੇ ਵਿੱਚ ਸੱਪ ਮਿਲਣੇ ਆਮ ਗੱਲ ਹੋ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ। ਪਰ ਇਹਨਾਂ ਸੱਪਾਂ ਦੇ ਆਉਣ ਤੋਂ ਬਾਅਦ ਕਿਵੇਂ ਕੀਤਾ ਜਾਵੇ, ਘਬਰਾਉਣ ਦੀ ਬਜਾਏ ਕਿਸ ਤਰ੍ਹਾਂ ਕੀਤਾ ਜਾਵੇ, ਇਹਨਾਂ ਨੂੰ ਕਿਵੇਂ ਟੈਕਲ ਕੀਤਾ ਜਾਵੇ, ਕਿਹੜੀ ਸੰਸਥਾ ਤੁਹਾਡੀ ਮਦਦ ਕਰ ਸਕਦੀ ਹੈ, ਇਸ ਦੇ ਲਈ ਅਸੀਂ ਇਸ ਪ੍ਰਸਿੱਧ ਸਨੇਕ ਕੈਪਚਰ ਦੇ ਨਾਲ ਮਿਲਵਾਉਂਦੇ ਹਾਂ ਗੁਰਵਿੰਦਰ ਸ਼ਰਮਾ ਨੇ, ਜਿਹੜੇ ਹਰ ਸੀਜ਼ਨ ਦੇ ਵਿੱਚ ਹਜ਼ਾਰਾਂ ਸੱਪ ਜਿਹੜੇ ਨੇ ਲੋਕਾਂ ਦੇ ਘਰਾਂ ਦੇ ਵਿੱਚੋਂ ਹੋਰ ਸੰਸਥਾਵਾਂ ਦੇ ਵਿੱਚੋਂ ਫੜ ਕੇ ਉਹਨਾਂ ਨੂੰ ਸਹੀ ਜਗ੍ਹਾ ਤੇ ਛੱਡਦੇ ਨੇ ਜਿੱਥੇ ਸੱਪ ਵੀ ਸੁਰੱਖਿਅਤ ਰਹਿੰਦੇ ਨੇ ਤੇ ਨਾਲੋਂ ਨਾਲ ਜਿਹੜਾ ਲੋਕ ਵੀ ਸੁਰੱਖਿਅਤ ਹੁੰਦੇ ਨੇ, ਕਿਉਂਕਿ ਸੱਪ ਇੱਕ ਅਜਿਹਾ ਜੀਵ ਹੈ ਜਿਹੜਾ ਉਦੋਂ ਹੀ ਇਨਸਾਨ ਤੇ ਅਟੈਕ ਕਰਦਾ ਜਦੋਂ ਉਹਨੂੰ ਮਹਿਸੂਸ ਹੁੰਦਾ ਹੈ ਕਿ ਇਨਸਾਨ ਤੋਂ ਉਸ ਦੀ ਜਾਨ ਨੂੰ ਖਤਰਾ ਹੈ। ਤੇ ਗੁਰਵਿੰਦਰ ਸ਼ਰਮਾ ਸੱਪਾਂ ਬਾਰੇ ਕੀ ਵਿਚਾਰ ਰੱਖਦੇ ਨੇ, ਕੀ ਜਾਣਕਾਰੀ ਦੇ ਰਹੇ ਨੇ, ਇਹ ਤੁਹਾਨੂੰ ਸੁਣਾਉਂਦੇ ਆ ਕਿ ਜੇਕਰ ਸੱਪ ਨਿਕਲ ਵੀ ਆਵੇ ਘਰ ਦੇ ਵਿੱਚ ਤਾਂ ਤੁਸੀਂ ਕੀ ਕਰੋ। ਜਦੋਂ ਬਾਰਿਸ਼ ਹੋ ਜਾਂਦੀ ਹੈ, ਹੁਮਸ ਹੋ ਜਾਂਦੀ ਹੈ, ਪਾਣੀ ਹੈ ਜਿਹੜਾ ਉਹ ਖੁੱਡਾਂ ਦੇ ਵਿੱਚ ਭਰ ਜਾਂਦਾ ਤਾਂ ਉਹਦੇ ਵਿੱਚ ਜਿੰਨੇ ਵੀ ਕੋਈ ਸੱਪ ਹੈ ਜਾਂ ਰੈਪਟਾਈਲਸ ਨੇ ਜਿਹੜੇ ਹੈਗੇ ਉਹ ਜਿਹੜੇ ਸੁਰੱਖਿਅਤ ਥਾਂ ਤੇ ਭੋਜਨ ਦੀ ਤਲਾਸ਼ ਦੇ ਵਿੱਚ ਉੱਥੋਂ ਮੂਵ ਕਰ ਜਾਂਦੇ ਆ। ਉੱਥੋਂ ਨਿਕਲ ਕੇ ਰਿਹਾਇਸ਼ੀ ਇਲਾਕਿਆਂ ਵਿੱਚ, ਕੋਈ ਗੋਡਾਊਨ ਦੇ ਵਿੱਚ ਜਾਂ ਘਰ ਦੇ ਵਿੱਚ ਭੋਜਨ ਦੀ ਤਲਾਸ਼ ਤੇ ਇੱਕ ਸੁਰੱਖਿਅਤ ਰਿਹਾਇਸ਼ ਦੀ ਤਲਾਸ਼ ਦੇ ਵਿੱਚ ਉਹ ਆ ਜਾਂਦੇ ਨੇ ਤੇ ਜਿਨ੍ਹਾਂ ਤੋਂ ਅਕਸਰ ਹੀ ਜਿਹੜਾ ਆਪਾਂ ਲੋਕ ਆ ਜਿਹੜਾ ਉਹ ਡਰਦੇ ਆ। ਤੇ ਇਸ ਕਰਕੇ ਅਸੀਂ ਤਾਂ ਇਹ ਆ ਵੀ ਜਿਹੜਾ ਇਹ ਮੌਸਮ ਹੈਗਾ ਬਰਸਾਤਾਂ ਦਾ ਮੌਸਮ ਹੈ ਇਹਦੇ 'ਚ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹ ਤਕਰੀਬਨ ਨਵੰਬਰ ਤੱਕ ਇਹ ਮੌਸਮ ਚੱਲਦਾ ਹੈਗਾ ਸੱਪਾਂ ਦੇ ਨਿਕਲਣ ਦਾ। ਨਹੀਂ ਜੀ, ਸੱਪ ਸਾਰੇ ਜ਼ਹਿਰੀਲੇ ਨਹੀਂ ਹੁੰਦੇ। ਭਾਰਤ ਵਿੱਚ ਤਕਰੀਬਨ 275 ਤੋਂ ਵੱਧ ਕਿਸਮਾਂ ਨੇ ਤੇ ਪੰਜਾਬ ਦੇ ਵਿੱਚ ਤਕਰੀਬਨ 20 ਕਿਸਮਾਂ ਨੇ ਤੇ ਜਿਹੜੇ ਜ਼ਹਿਰੀਲੇ ਨੇ ਉਹ ਪੂਰੇ ਭਾਰਤ ਦੇ ਵਿੱਚ ਵੀ 12 ਹੈਗੇ ਨੇ, 12 ਜਾਂ 13 ਕਿਸਮਾਂ ਤੇ ਪੰਜਾਬ ਦੇ ਵਿੱਚ ਜਿਹੜੀਆਂ ਉਹ 4 ਜਾਂ 5 ਕਿਸਮਾਂ ਹੀ ਜ਼ਹਿਰੀਲੀਆਂ ਨੇ। ਬਾਕੀ ਜਿਹੜੀਆਂ ਕਿਸਮਾਂ ਨੇ ਉਹ ਆਮ ਸੱਪ ਨੇ ਜਿਹੜੇ ਭੋਜਨ ਆਪਣਾ ਡੱਡੂ, ਚੂਹੇ ਜਾਂ ਛਿਪਕਲੀਆਂ ਜਾਂ ਕੀੜੇ ਮਕੌੜੇ ਖਾਂਦੇ ਨੇ। ਸਾਰੇ ਜ਼ਹਿਰੀਲੇ ਨਹੀਂ, ਬਟ ਆਪਾਂ ਲੋਕ ਜਿਹੜੇ ਸਾਰਿਆਂ ਨੂੰ ਹੀ ਜ਼ਹਿਰੀਲਾ ਸਮਝਦੇ ਆ ਕਿਉਂਕਿ ਆਪਾਂ ਇਹਨਾਂ ਬਾਰੇ ਜਾਣਦੇ ਨਹੀਂ। ਆਪਾਂ ਸਿਰਫ ਡਰਦੇ ਆ ਤੇ ਸੱਪ ਸਮਝ ਕੇ ਆਪਾਂ ਇਹਨਾਂ ਨੂੰ ਮਾਰ ਦਿੰਦੇ ਆ। ਨਹੀਂ ਜੀ, ਬਿਲਕੁਲ ਨਹੀਂ ਮਾਰਨੇ ਚਾਹੀਦੇ ਕਿਉਂਕਿ ਇਹ ਇੱਕ ਕੁਦਰਤ ਦਾ ਚੱਕਰ ਹੈ, ਕੁਦਰਤ ਦੁਆਰਾ ਬਣਾਈ ਹੋਈ ਇੱਕ ਚੇਨ ਸਿਸਟਮ ਹੈ ਤੇ ਇਹ ਇੱਕ ਪ੍ਰਕਿਰਤੀ ਦਾ ਸ਼ਿੰਗਾਰ ਨੇ। ਇਹ ਵੀ ਜੇ ਪਸ਼ੂ ਪੰਛੀ ਦੂਜੇ ਸ਼ਿੰਗਾਰ ਨੇ ਤਾਂ ਪ੍ਰਕਿਰਤੀ ਇਹਨਾਂ ਵਾਸਤੇ ਵੀ ਉਹਨੂੰ ਵੀ ਬਣੀ ਹੈ। ਵਾਤਾਵਰਨ ਜਾਂ ਕੁਦਰਤ ਉਹਨਾਂ ਵਾਸਤੇ ਵੀ ਇਸੇ ਤਰੀਕੇ ਨਾਲ ਬਣੀ ਹੈ। ਜਿਵੇਂ ਇਨਸਾਨ ਦਾ ਰਹਿਣ ਦਾ ਹੱਕ ਹੈ ਤਾਂ ਇਹਨਾਂ ਜੀਵਾਂ ਦਾ ਵੀ ਰਹਿਣ ਦਾ ਹੱਕ ਹੈ। ਜੇ ਜ਼ਹਿਰੀਲੇ ਹੁੰਦੇ ਤਾਂ ਇਹਨਾਂ ਨੂੰ ਇਹ ਪੈਦਾ ਹੀ ਨਾ ਹੁੰਦੇ। ਤੇ ਇਹ ਇੱਕ ਫੂਡ ਸਿਸਟਮ ਹੈ, ਇੱਕ ਚੇਨ ਸਿਸਟਮ ਹੈ। ਜੇ ਜਿਹੜੇ ਆਪਣਾ ਧਾਮਨ ਨਸਲ ਦੇ ਸੱਪ ਹੈ ਉਹ ਤਕਰੀਬਨ ਜਿਹੜਾ 1 ਸਾਲ ਦੇ ਵਿੱਚ ਉਹ 500 ਤੋਂ ਲੈ ਕੇ 700 ਦੇ ਕਰੀਬ ਚੂਹੇ ਆ ਜਿਹੜੇ ਉਹ ਖਾ ਜਾਂਦਾ, ਕੀੜੇ ਮਕੌੜੇ ਖਾ ਜਾਂਦਾ। ਕਿੰਨਾ ਅਨਾਜ ਬਚਾਉਂਦਾ ਜਾਂ ਕਿੰਨਾ ਜਿਹੜਾ ਚੂਹੇ ਆ ਜਿਹੜੇ ਉਹ ਨਸ਼ਟ ਕਰਦੇ ਆਪਣੀ ਫਸਲ ਨੂੰ, ਤਾਂ ਇੱਕ ਸਿਸਟਮ ਬਣਿਆ ਹੋਇਆ ਹੈਗਾ। ਤਕਰੀਬਨ ਜਦੋਂ ਸੀਜ਼ਨ ਹੁੰਦਾ ਹੈਗਾ ਜੀ ਉਦੋਂ ਜਿਵੇਂ ਹੁਣ ਮਈ ਤੋਂ ਜੂਨ ਤੋਂ ਸ਼ੁਰੂ ਹੋ ਗਿਆ, ਇਹ ਨਵੰਬਰ ਤੱਕ ਚੱਲੂਗਾ ਤਾਂ ਇਹਦੇ ਚ ਤਕਰੀਬਨ 300-400 ਸੱਪ ਜਾਂ ਗੋਹ ਇਦਾਂ ਦੇ ਜੀਵ ਆ ਜਿਹੜੇ ਉਹ ਰੈਸਕਿਊ ਕਰ ਲੈਂਦੇ ਆ ਡੇਲੀ ਦੇ ਵਿੱਚ। ਹੁਣ ਜੇ ਮੌਸਮ ਸ਼ੁਰੂ ਹੋ ਗਿਆ ਤਾਂ 5 ਵੀ ਹੋ ਸਕਦੇ ਆ, 10 ਵੀ ਹੋ ਸਕਦੇ ਆ। ਇਹਨਾਂ ਦੀ ਕੋਈ ਗਿਣਤੀ ਨਹੀਂ ਕਿਉਂਕਿ ਪਤਾ ਨਹੀਂ ਕਦੋਂ ਕਿੱਥੋਂ ਇਹ ਨਿਕਲਣ। ਤੇ ਹੁਣ ਤੁਹਾਨੂੰ ਮਿਲਵਾਉਂਦੇ ਆ ਇੱਕ ਅਜਿਹੀ ਔਰਤ ਬਲਵਿੰਦਰ ਕੌਰ ਦੇ ਨਾਲ ਜਿਸ ਨੇ ਦਿਵਿਆਂਗ ਹੋਣ ਦੇ ਬਾਵਜੂਦ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਕਿਸਮਤ ਦੀਆਂ ਚੁਣੌਤੀਆਂ ਤੋਂ ਹਾਰ ਨਹੀਂ ਮੰਨੀ, ਬਲਕਿ ਇੱਕ ਅਜਿਹਾ ਰਸਤਾ ਚੁਣਿਆ ਕਿ ਉਹ ਆਪਣਾ ਰੁਜ਼ਗਾਰ ਆਪ ਪੈਦਾ ਕਰਕੇ ਕਮਾ ਰਹੀ ਹੈ ਤੇ ਆਪਣੇ ਬੱਚਿਆਂ ਨੂੰ ਖਵਾ ਰਹੀ ਹੈ। ਇਹ ਟੀਵੀ ਸਕਰੀਨ ਤੇ ਜੋ ਤੁਸੀਂ ਵੇਖ ਰਹੇ ਹੋ ਇਹ ਬਲਵਿੰਦਰ ਕੌਰ ਹੈ, ਅਪਹਾਜ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਆਟੋ ਰਿਕਸ਼ਾ ਚਲਾਉਂਦੀ ਹੈ ਔਰ ਆਟੋ ਰਿਕਸ਼ਾ ਦੇ ਉੱਪਰ ਮਰੀਜ਼ ਲੈ ਕੇ ਖਾਸ ਤੌਰ ਤੇ ਬਠਿੰਡਾ ਪਹੁੰਚੀ ਹੈ ਤੇ ਫਾਜ਼ਿਲਕਾ ਤੋਂ ਬਠਿੰਡਾ ਤੱਕ ਦਾ ਸਫ਼ਰ ਇਸ ਨੇ ਆਪਣੇ ਆਟੋ ਤੇ ਹੀ ਤੈਅ ਕੀਤਾ ਹੈ। ਪੈਰਾਂ ਤੋਂ ਲਾਚਾਰ ਹੈ, ਦੋਏ ਪੈਰ ਇਸ ਦੇ ਜਿਹੜੇ ਨੇ ਉਹ ਪੋਲੀਓਗ੍ਰਸਤ ਨੇ ਤੇ ਫਿਰ ਵੀ ਹੌਸਲੇ ਜਿਹੜੇ ਨੇ ਬੁਲੰਦ ਨੇ। ਬਲਵਿੰਦਰ ਕੌਰ ਦੇ ਦੱਸਣ ਅਨੁਸਾਰ ਉਹ ਫਾਜ਼ਿਲਕਾ ਦੀ ਰਹਿਣ ਵਾਲੀ ਹੈ ਤੇ ਇੰਨੀ ਦਿਨੀ ਆਟੋ ਚਲਾ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਸ ਦਾ ਆਪਦੇ ਪਤੀ ਦੇ ਨਾਲ ਜਿਹੜਾ ਉਹ ਤਲਾਕ ਦਾ ਕੇਸ ਚੱਲ ਰਿਹਾ ਹੈ ਕਿਉਂਕਿ ਉਸ ਦਾ ਪਤੀ ਬੱਚੇ ਨਹੀਂ ਚਾਹੁੰਦਾ ਸੀ, ਪਰ ਉਸਨੇ ਕਿਸੇ ਤੇ ਨਿਰਭਰ ਹੋਣ ਦੀ ਥਾਂ ਆਪਣੇ ਕੰਮ ਕਰਨ ਨੂੰ ਤਰਜੀਹ ਦਿੱਤੀ, ਜਿਸ ਦੇ ਚੱਲਦਿਆਂ ਉਸਨੇ ਪਹਿਲਾਂ ਕੱਪੜਿਆਂ ਦੀ ਸਿਲਾਈ ਦਾ ਕੰਮ ਸ਼ੁਰੂ ਕੀਤਾ। ਪਰ ਉਸ ਨੂੰ ਨਾਪ ਵਗੈਰਾ ਲੈਣ ਦੇ ਵਿੱਚ ਜਦੋਂ ਦਿੱਕਤ ਆਉਂਦੀ ਸੀ ਕਿਉਂਕਿ ਪੈਰਾਂ ਤੋਂ ਹੈਂਡੀਕੈਪ ਸੀ, ਇਸ ਦੇ ਚੱਲਦਿਆਂ ਉਸਨੇ ਹੋਰ ਕਈ ਕੰਮ ਕਰਕੇ ਦੇਖੇ, ਪਰ ਆਖਿਰ ਉਸ ਨੂੰ ਖਾਲਸਾ ਏਡ ਦੇ ਵੱਲੋਂ ਇਹ ਈ ਰਿਕਸ਼ਾ ਜਿਹੜਾ ਉਹ ਮੁਹੱਈਆ ਕਰਵਾਇਆ। ਉਸ ਤੋਂ ਬਾਅਦ ਹੁਣ ਜਿੱਥੇ ਬਲਵਿੰਦਰ ਕੌਰ ਈ ਰਿਕਸ਼ਾ ਚਲਾ ਕੇ
ਜਿਹੜਾ ਉਹ ਆਪਣਾ ਪੇਟ ਪਾਲ ਰਹੀ ਹੈ, ਆਪਣੇ ਬੱਚਿਆਂ ਦਾ ਪੇਟ ਪਾਲ ਰਹੀ ਹੈ ਤੇ ਜਦੋਂ ਕਦੇ ਕਿਤੇ ਜਾਣਾ ਵੀ ਹੋਵੇ ਤਾਂ ਉਹ ਬੱਸ ਦੀ ਥਾਂ ਆਪਣੇ ਈ-ਰਿਕਸ਼ਾ ਤੇ ਹੀ ਜਾਣ ਨੂੰ ਤਰਜੀਹ ਦਿੰਦੀ ਹੈ, ਕਿਉਂਕਿ ਬੱਸ ਤੇ ਚੜ੍ਹਨਾ ਉਸ ਲਈ ਮੁਸ਼ਕਲ ਹੈ, ਲੱਤਾਂ ਤੋਂ ਮੁਹਤਾਜ ਹੈ। ਪਰ ਈ-ਰਿਕਸ਼ਾ ਉਸ ਦੇ ਲਈ ਜਿੱਥੇ ਇੱਕ ਵਧੀਆ ਖੁਦ ਦੇ ਲਈ ਵਹੀਕਲ ਬਣ ਗਿਆ, ਉੱਥੇ ਹੀ ਇੱਕ ਰੁਜ਼ਗਾਰ ਦਾ ਸਾਧਨ ਵੀ ਬਣ ਗਿਆ। ਮੈਂ ਜੀ ਸ਼ਨੀਵਾਰ ਆਈ ਹਾਂ ਬਠਿੰਡਾ, 11 ਵਜੇ ਚੱਲੀ ਸੀ, 4:30 ਪਹੁੰਚ ਗਈ ਸੀ। ਮੇਰੀ ਸਿਸਟਰ ਇੱਥੇ ਹੈਗੇ ਜੀਜਾ ਜੀ, ਮੈਂ ਉਹਨਾਂ ਨੂੰ ਮਿਲਣ ਆਈ ਹਾਂ, ਆਪਦੇ ਆਟੋ ਤੇ ਆਈ ਹਾਂ। ਮੈਂ ਛੋਟੀ ਹੁੰਦੀ ਬੁਖਾਰ 'ਚ ਟੀਕਾ ਲੱਗ ਗਿਆ ਸੀ, ਮੈਂ ਹੈਂਡੀਕੈਪਟ ਹੋ ਗਈ। ਉਸ ਤੋਂ ਬਾਅਦ ਜਿੰਨਾ ਮੈਂ ਪੜ੍ਹ ਸਕੀ ਪੜ੍ਹੀ, ਇੰਗਲਿਸ਼ ਸਟੈਨੋ ਕੀਤੀ, +2 ਕੀਤੀ, 3 ਸਾਲ ਦਾ ਕੋਰਸ ਕੀਤਾ ਕੰਪਿਊਟਰ ਦਾ, ਪਰ ਨੌਕਰੀ ਨਹੀਂ ਮਿਲੀ। ਮੈਂ ਬਹੁਤ ਕੋਸ਼ਿਸ਼ ਕੀਤੀ, ਟੈਸਟ ਬੜੇ ਦਿੱਤੇ, ਸਰਕਾਰ ਨੇ ਕੁਝ ਸੋਚਿਆ ਨਹੀਂ। ਜੋ ਕਿ ਹੈਂਡੀਕੈਪ ਦਾ ਕੋਟਾ ਹੁੰਦਾ ਉਹਦੇ 'ਚੋਂ ਵੀ ਨਹੀਂ ਮੈਨੂੰ ਮਿਲੀ। ਫਿਰ ਮੈਂ ਅੱਕ ਕੇ ਸਿਲਾਈ ਸਿੱਖੀ, ਸਿਲਾਈ ਦਾ ਕੰਮ ਕਰਦੀ ਰਹੀ। ਸਿਲਾਈ 'ਚ ਫਿਰ ਮੈਨੂੰ ਥੋੜੀ ਮੋਟੀ ਦਿੱਕਤ ਆਂਦੀ ਸੀ, ਖੜੇ ਆਉਂਦੀ ਜਾਂ ਜਿਸ ਤਰ੍ਹਾਂ ਵੀ ਮੇਚਾ ਲੈਣ ਦੀ। ਫਿਰ ਮੈਂ ਉਹ ਕੀਤਾ 6-7 ਸਾਲ ਉਹਨੂੰ ਛੱਡਤਾ। ਫਿਰ ਮੈਂ ਪਾਰਲਰ ਦਾ ਕੀਤਾ, ਫਿਰ ਪਾਰਲਰ ਦਾ ਸਿੱਖਿਆ ਕੰਮ, ਪਰ ਉੱਥੇ ਵੀ ਖੜਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਫਿਰ ਉਹ ਵੀ ਮੈਂ ਛੱਡ ਦਿੱਤਾ, ਮੈਂ ਆਪਦੀ ਕੋਸ਼ਿਸ਼ ਕਰਦੀ ਰਹੀ ਕਿਸੇ ਤਰ੍ਹਾਂ। ਫਿਰ ਉਸ ਤੋਂ ਬਾਅਦ ਮੈਂ 2017 'ਚ ਮੈਂ ਸ਼ੁਰੂ ਕੀਤਾ ਸੀਗਾ ਸੋਸ਼ਲ ਵਰਕਰ ਦਾ ਕੰਮ ਕਰਨਾ, ਜਿਵੇਂ ਕਿ ਕਿਸੇ ਕੁੜੀਆਂ ਦੇ ਵਿਆਹ ਹੁੰਦੇ ਆ, ਉਹਨਾਂ 'ਚ ਯੋਗਦਾਨ ਤੁਹਾਡੇ ਮੇਰੇ ਵਰਗਿਆਂ ਕੋਲ, ਵੱਡੇ ਵੱਡੇ ਲੋਕਾਂ ਕੋਲ ਲੈ ਕੇ ਦੇਣਾ। ਜਾਂ ਜਿਵੇਂ ਲੋਕਡਾਊਨ ਲੱਗਿਆ ਸੀ, ਉਦੋਂ ਪਿੰਡਾਂ 'ਚ ਦੁੱਧ ਲਿਆ ਕੇ ਦਿੱਤਾ, ਰਾਸ਼ਨ ਦਿੱਤਾ, ਬਈ ਵੱਡੇ ਵੱਡੇ ਲੋਕਾਂ ਕੋਲ ਇਕੱਠਾ ਕਰਕੇ, ਜਿਹੜੇ ਵਿਚਾਰੇ ਚੱਲ ਫਿਰ ਨਹੀਂ ਸਕਦੇ ਸੀ, ਬਾਲੇ ਬਜ਼ੁਰਗ ਸੀ, ਉਹਨਾਂ ਦੇ ਘਰਾਂ 'ਚ ਅਸੀਂ ਰਾਸ਼ਨ ਪਹੁੰਚਾਇਆ ਜੀ ਤੇ ਲੋਕਾਂ ਦੇ ਮੈਂ ਕੰਮ ਕਰਾਉਂਦੀ ਰਹੀ ਹਾਂ ਜੀ। ਇਹ 17 ਜੁਲਾਈ ਨੂੰ ਮੈਨੂੰ ਮਿਲਿਆ ਸੀ ਜੀ, ਖਾਲਸਾ ਐਡ ਵਾਲਿਆਂ ਨੇ ਦਿੱਤਾ ਸੀ ਤੇ ਉਦੋਂ ਤੋਂ ਮੈਂ ਚਲਾਨੀ ਆ, ਸਾਲ ਹੋ ਜਾਏਗਾ 17 ਜੁਲਾਈ ਨੂੰ। ਦਿੱਕਤ ਆਂਦੀ ਹੈ ਪਰ ਮੈਂ ਸੋਲੋ ਕਰ ਲੈਂਦੀ ਆ। ਜਿਵੇਂ ਕਿ ਅਸੀਂ ਖੜਦੇ ਸੀ, ਉੱਥੇ ਜਾ ਕੇ ਮੈਂ ਖੜਦੀ ਸੀ, ਅਸੀਂ ਪਹਿਲੇ ਆਈ ਜੀ ਇਹ ਉਹ ਕਹਿਣ ਲੱਗ ਪਏ ਜੀ ਬਾਬਾ, ਪਰ ਫਿਰ ਵੀ ਮੈਂ ਯੂਨੀਅਨ 'ਚ ਹੈਗੀ ਆ, ਯੂਨੀਅਨ 'ਚ ਐਡ ਆ ਮੈਂ ਇਹ ਵਾਲੀ। ਹਾਂਜੀ, ਉਂਝ ਹੈਂਡੀਕੈਪ ਯੂਨੀਅਨ ਦੀ ਬਲਾਕ ਪ੍ਰਧਾਨ ਹੈ। ਮੇਰੀ ਗੁੜੀਆ 12.5 ਸਾਲ ਦੀ ਤੇ ਮੇਰਾ ਬੇਟਾ ਹੈਗਾ 5.5 ਸਾਲ ਦਾ। ਉਹ ਡਰਾਈਵਰੀ ਕਰਦਾ ਸੀ, ਗੱਡੀ ਚਲਾਉਂਦਾ ਸੀਗਾ, ਉਹਦੇ ਨਾਲ ਡਿਸਪਿਊਟ ਚੱਲ ਰਿਹਾ ਮੇਰਾ। ਇਹ ਮੇਰਾ ਲੜਕਾ ਹੋਣ ਵਾਲਾ ਸੀ, ਉਦੋਂ ਦਾ ਡਿਸਪਿਊਟ ਚੱਲ ਰਿਹਾ। ਪਹਿਲਾਂ ਤਾਂ ਕਹਿੰਦਾ ਸੀ ਚਾਹੀਦਾ ਲੜਕਾ, ਫਿਰ ਕਹਿੰਦਾ ਮੈਨੂੰ ਨਹੀਂ ਚਾਹੀਦਾ, ਇਹਨੂੰ ਮਾਰ ਦੇ। ਦਵਾਈ ਦੂਈ ਲੈ ਕੇ ਦਿੱਤੀ, ਮੈਂ ਨਹੀਂ ਮਾਰਿਆ। ਮੈਂ ਕਿਹਾ ਮੈਂ ਮੰਗ ਕੇ ਪਾਲ ਲਾਂਗੀ, ਪਰ ਮੈਂ ਆਪਦਾ ਬੱਚਾ ਨਹੀਂ ਮਾਰਦੀ, ਕਿਉਂਕਿ ਮੈਂ ਆਪ ਐਡੇ ਵੱਡਾ ਜਿਹੜਾ ਹੈਂਡੀਕੈਪ ਦਾ ਰੋਗ ਆਪਦਾ ਸਹਿ ਰਹੀ ਹਾਂ। ਮੈਂ ਕਿਹਾ ਮੈਂ ਨਹੀਂ ਆਪਦਾ ਬੱਚਾ ਮਾਰੂੰਗੀ। ਮੈਂ ਕਹਿੰਦੀ ਆਪਦਾ ਆਪ ਨੂੰ ਹੌਸਲਾ ਨਾ ਛੱਡੋ ਤੇ ਆਪਦਾ ਕੰਮ ਕਰੋ, ਭਾਵੇਂ ਥੋੜਾ ਕਰ ਲੋ, ਪਰ ਸਰਕਾਰ ਵੀ ਕੀ ਕਰੇ, ਦਿੰਦੀ ਨਹੀਂ ਰੋਜ਼ਗਾਰ। ਛੋਟਾ ਮੋਟਾ ਵੀ ਫੈਕਟਰੀਆਂ ਲਾਈਆਂ ਜਾਣ ਜਿਵੇਂ ਛੋਟੀਆਂ ਹੁੰਦੀਆਂ, ਉਹ ਵੀ ਨਹੀਂ ਲਾਉਂਦੇ, ਕੁਝ ਵੀ ਨਹੀਂ ਕਰਦੇਗੇ। ਸਰਕਾਰ ਵੀ ਨਹੀਂ ਕੁਝ ਸਾਥ ਦੇ ਰਹੀ ਨਾ, ਫਿਰ ਉਹਨਾਂ ਨੂੰ ਮੰਗਣ ਤੇ ਮਜਬੂਰ ਹੋ ਰਹੇ ਲੋਕ ਵੀ ਕੀ ਕਰਨ। ਤੇ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪਿੰਡ ਸ਼ਹਿਰ ਸੀਵਰੇਜ ਦੀ ਸਮੱਸਿਆ ਜਿਹੜੀ ਹੈ ਉਹ ਉੱਭਰਦੀ ਨਜ਼ਰ ਆ ਰਹੀ ਹੈ। ਖਬਰ ਜੈਤੋ ਤੋਂ ਹੈ, ਜਿੱਥੇ ਲੋਕ ਬੇਹੱਦ ਪਰੇਸ਼ਾਨ ਨੇ। ਸੀਵਰੇਜ ਜਿਹੜਾ ਉਹ ਬੰਦ ਹੋ ਗਿਆ ਤੇ ਪਹਿਲੀ ਬਾਰਿਸ਼ ਦੇ ਵਿੱਚ ਹੀ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 6 ਮਹੀਨੇ ਹੋ ਗਏ ਜੀ ਘੱਟੋ ਘੱਟ। ਹਾਂਜੀ, ਉਹ ਹੋ ਤਾਂ ਗਿਆ ਉੱਪਰ ਦੀ। ਤੇ ਜਦੋਂ ਵੋਟਾਂ ਪਈਆਂ ਸੀ ਮੌਲਕ ਸਿੰਘ ਚੌਂਕ 'ਚ ਮੇਰੇ ਨਾਲ ਗੱਲ ਹੋਈ ਹੈ, ਕਹਿੰਦਾ ਇਹਦਾ ਹੱਲ ਤੁਹਾਡਾ ਜਦੋਂ ਅਸੀਂ ਜਿੱਤ ਕੇ ਸਾਡੀ ਸਰਕਾਰ ਬਣ ਗਈ ਨਾਲ ਦੀ ਨਾਲ ਹੱਲ ਹੋ ਜਾਊਗਾ ਇਹਦਾ। ਇਹਦੇ ਹਜੇ ਤੱਕ ਨਾ ਤਾਂ ਅਸੀਂ ਮੌਲਕ ਦਾ ਮੂੰਹ ਵੇਖਿਆ ਵੀ ਇੱਥੇ ਇਸ ਮੰਡੀ 'ਚ ਆਇਆ ਹੋਵੇ, ਨਾ ਗਲੀ 'ਚ ਆਇਆ। ਤੇ ਸਾਡੇ ਨਾਲ ਡਾਕਟਰ ਈਸਰਨ ਦਾ ਜਿਹੜਾ ਐਮਸੀ ਹੈ ਆਮ ਪਾਰਟੀ ਦਾ, ਇਹ ਕਹਿੰਦਾ ਮੇਰਾ ਵਾਰਡ ਨਹੀਂਗਾ ਹੈ। ਅਸੀਂ ਇਹਦੀ ਵੀ ਮਿੰਨਤਾਂ ਕਰ ਲਈਆਂ, ਹੁਣ ਅਸੀਂ ਤਾਂ ਹਾਰ ਚੁੱਕੇ ਹਾਂ ਜਮਾਂ। ਸਾਡੇ ਜਵਾਕ ਨਿੱਤ ਗੰਦਗੀ ਦੇ ਵਿੱਚ ਘੁਲ ਰਹੇ ਆ ਤੇ ਬਿਮਾਰੀ ਫੈਲ ਰਹੀ ਹੈ ਬਹੁਤ ਜ਼ਿਆਦਾ। ਸਾਡੀ ਇੱਕੋ ਹੀ ਬੇਨਤੀ ਹੈ ਸਰਕਾਰ ਕੋਲ, ਮਾਨ ਸਾਹਿਬ ਕੋਲ, ਵੀ ਇਹ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਉਹ 1 ਹਫ਼ਤੇ ਦਾ ਇਹਨਾਂ ਨੂੰ ਟਾਈਮ ਦੇ ਗਏ ਸੀਗੇ, ਉਹ ਤੋਂ ਬਾਅਦ ਉਦੋਂ ਬੁਰਾ ਹਾਲ ਹੋ ਗਿਆ ਜੀ। ਪ੍ਰੋਬਲਮ ਆ ਰਹੀ ਹੈ ਸਾਨੂੰ ਬਹੁਤ ਜ਼ਿਆਦਾ ਜੀ। ਕੋਈ ਗਾਹਕ ਨਹੀਂ ਆ ਰਿਹਾ ਦੁਕਾਨ ਤੇ, ਟੱਪਣਾ ਮੁਸ਼ਕਲ ਹੋਇਆ ਪਿਆ ਹੈਗਾ। ਐਮਸੀ ਨੇ ਅੱਜ ਤੱਕ ਕੋਈ ਗੜਾ ਨਹੀਂ ਮਾਰਿਆ ਜੀ ਇੱਥੇ ਸਾਡੇ ਪਾਸੇ। ਵੋਟਾਂ ਵੇਲੇ ਕਰਦੇ ਆ ਪੂਰੇ ਵਾਅਦੇ ਵੀ ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਗਲੀ ਇੱਕ ਗੜਾ ਨਹੀਂ ਵੋਟਾਂ 'ਚ ਮਾਰਿਆ ਜੀ ਇਹਨਾਂ ਨੇ। ਮੰਗ ਕਰਦੇ ਆ ਜੀ ਜਿਹੜਾ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਜੀ। ਤੇ ਬੁਲੇਟਿਨ ਦੇ ਅੰਤ ਵਿੱਚ ਨਜ਼ਰ ਮਾਰਦੇ ਹਾਂ ਅੱਜ ਦੇ ਤਾਪਮਾਨ ਤੇ। ਬਠਿੰਡਾ ਖੇਤਰ ਦੇ ਵਿੱਚ ਅੱਜ ਦਾ ਤਾਪਮਾਨ ਵੱਧ ਤੋਂ ਵੱਧ 33.4 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 25.6 ਡਿਗਰੀ ਦਰਜ ਕੀਤਾ ਗਿਆ। ਤੇ ਪੂਰੇ ਖੇਤਰ ਦੇ ਵਿੱਚ ਹਲਕੀ ਬੱਦਲਬਾਈ ਬਣੀ ਰਹੀ ਔਰ ਇਸ ਤਰ੍ਹਾਂ ਦੀ ਬੱਦਲਬਾਈ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਜਿਹੜੀ ਹੈ ਉਹ ਅਗਲੇ 2 ਦਿਨਾਂ ਦੇ ਵਿੱਚ ਵੀ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ। ਤੇ ਬੁਲੇਟਿਨ ਦੇ ਅੰਤ ਵਿੱਚ ਇੱਕ ਵਾਰ ਫੇਰ ਨਜ਼ਰ ਅੱਜ ਦੀਆਂ ਹੈਡਲਾਈਨਸ ਤੇ। ਮੌਨਸੂਨ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਵਧੀਆਂ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ, ਲੋਕਾਂ ਦੀ ਰਸੋਈ ਦਾ ਵਿਗੜਨ ਲੱਗਾ ਬਜਟ।
ਕੱਦੂ ਵਰਗੀਆਂ ਆਮ ਸਬਜ਼ੀਆਂ ਵੀ ਪਹੁੰਚੀਆਂ 60 ਰੁਪਏ ਕਿਲੋ ਦੇ ਪਾਰ। ਹੁਣ ਮੋਟੇ ਆਹਾਰ ਵਰਗੀਆਂ ਰਵਾਇਤੀ ਫਸਲਾਂ ਦੀ ਕਾਸ਼ਤ ਵੱਲ ਵੀ ਮੁੜਨ ਲੱਗੇ ਹਨ ਮਾਲਵਾ ਦੇ ਕਿਸਾਨ। ਫਰੀਦਕੋਟ ਜ਼ਿਲ੍ਹੇ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਯਤਨਾਂ ਨੂੰ ਪੈਣ ਲੱਗਾ ਬੂਰ। ਮਲੋਟ ਦੀ ਇੱਕ ਫੈਕਟਰੀ ਵਿੱਚ ਠੰਡੇ ਪਾਣੀ ਦੀ ਬੋਤਲ ਨੂੰ ਲੈ ਕੇ ਹੀ ਭਿੜੇ ਮਜ਼ਦੂਰਾਂ ਦੇ 2 ਗੁੱਟ, ਇੱਕ ਮਜ਼ਦੂਰ ਦੀ ਹੋਈ ਮੌਤ, 2 ਜ਼ਖਮੀ। ਅਤੇ ਬਠਿੰਡਾ ਖੇਤਰ ਵਿੱਚ ਅਗਲੇ 2 ਦਿਨ ਹੋਰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ। ਬਠਿੰਡਾ ਖਬਰਨਾਮਾ ਵਿੱਚ ਹੁਣ ਤੱਕ ਲਈ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।